कौन है ये लोग? ये फंस गया। Once more! चिंटू ਨੂੰ ਮਾਰਿਆ ਜਾਂ ਕੁੱਟਿਆ ਜਾਂ ਇਦਾਂ ਹੱਥ ਵੀ ਲਾਇਆ ਨਾ ਤੁਹਾਡੇ ਤੇ ਕੇਸ ਕਰਾ ਦਾਂਗੇ ਤੁਸੀਂ। कैसे कैसे लोग रहते हैं यार यहाँ पर। ਓਏ ਮੇਰੀ ਗੱਲ ਸੁਣ ਬਾਬਾ, ਉਹ ਤੇ ਕੈਮਰਾ ਚੱਲੀ ਜਾਂਦਾ, ਸਰਟੀਫਿਕੇਟ ਖੋ ਲਿਆ। ਉਹ ਮੇਰੇ ਕੰਨ ਵਿੱਚ ਹੁੰਦੀਆਂ ਕੁਰਕ ਹੈ ਮੈਨੂੰ ਕਰਦਾ ਲੈਣ ਦੇ। ਉਹ ਕਹਿੰਦਾ ਕਰਨ ਔਜਲੇ ਵਾਂਗੂ ਉਸਤਾਦ ਤੇਜ਼ ਨਾ ਬਣੀ, ਤੇਜ਼ ਮੈਂ ਵੀ ਬਹੁਤ ਆ। ਵੀਰੇ ਬੋਲਣਾ ਨਹੀਂ ਯਾਰ, ਮੈਂ ਪਹਿਲਾਂ ਵੀ ਕਿਹਾ ਯਾਰ ਤੁਹਾਨੂੰ ਨਾ ਮਾਰੋ ਯਾਰ, ਨਾ ਮਾਰੋ। ਪਰ 1 ਮਿੰਟ ਦੇ ਵਿੱਚ ਉੱਥੇ ਮੁੰਡੇ ਦੀਆਂ ਪੱਗਾਂ ਤੇ ਕੁੜੀਆਂ ਦੀਆਂ ਚੁੰਨੀਆਂ ਰੋੜ ਕੇ ਰੱਖਦੀਆਂ। ਵੈਲਕਮ ਬੈਕ ਗਾਇਸ। ਤੇ ਵੀਰੇ ਦੂਜਾ ਪਾਰਟ ਦਿਖਾ ਦਈਏ। ਦਿਖਾ ਤੇ ਦਈਏ। ਹਾਂ ਅਰੇ ਇਹਨਾਂ ਨੇ ਬੜਾ ਦੇਖਿਓ, ਇਹ ਚ ਵੀ ਤੁਹਾਨੂੰ ਬਹੁਤ ਮਜ਼ਾ ਆਊਗਾ। ਐਂਡ ਤੱਕ ਦੇਖੀ ਚੱਲਿਓ ਵੀਡੀਓ ਨੂੰ ਤੇ ਸ਼ੇਅਰ ਜ਼ਰੂਰ ਕਰਨੀ ਹੈ ਤੁਸੀਂ। ਅਸੀਂ ਤੁਹਾਡੇ ਲਈ ਇੱਕ ਨੁੱਕੜ ਨਾਟਕ ਲੈ ਕੇ ਆਏ ਆ। ਨੁੱਕੜ ਨਾਟਕ ਦੇਖਿਆ ਨਾ ਪਹਿਲਾਂ ਸਾਰਿਆਂ ਨੇ? ਹਾਂਜੀ। ਓ ਯਾਰ એનર્ਜੀ ਨਾਲ ਬੋਲੋ, ਦੇਖਿਆ? ਹਾਂਜੀ। ਚਲੋ ਜਿਨ੍ਹਾਂ ਨੇ ਦੇਖਿਆ ਉਹਨਾਂ ਲਈ ਵੀ ਤੇ ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਲਈ ਵੀ। ਨੁੱਕੜ ਨਾਟਕ ਗੁਰਸ਼ਰਨ ਭਾਜੀ, ਗੁਰਸ਼ਰਨ ਬਾਬਾ ਜੀ ਹੈ, ਉਹਨਾਂ ਨੂੰ ਪੰਜਾਬ ਦੇ ਥੀਏਟਰ ਦਾ ਪਿਤਾ ਮੰਨਿਆ ਜਾਂਦਾ। ਉਹਨਾਂ ਨੇ ਪੰਜਾਬ ਦੇ ਵਿੱਚ ਪ੍ਰਥਾ ਚਲਾਈ ਹੈ। ਸੋ ਨੁੱਕੜ ਦਾ ਮਤਲਬ ਹੁੰਦਾ ਨੁੱਕੜ ਜਿੱਥੇ ਕਿਤੇ ਵੀ ਥੋੜੇ ਜਿਹੇ ਲੋਕ ਮਿਲ ਜਾਣ, ਥੋੜੀ ਜਿਹੀ ਆਡੀਅנס ਮਿਲ ਜੇ, ਉੱਥੇ ਇਹ ਨਾਟਕ ਸ਼ੁਰੂ ਕੀਤਾ ਜਾ ਸਕਦਾ ਹੈ। ਇਹਦੇ ਵਿੱਚ ਕਿਸੇ ਕਾਸਟਿਊਮ, ਕਿਸੇ ਪ੍ਰਾਪਰਟੀ ਦੀ ਲੋੜ ਨਹੀਂ ਹੁੰਦੀ। ਅਸੀਂ ਜਿੰਨਾ ਕੱਪੜਿਆਂ 'ਚ ਆਇਆ ਉਹਨਾਂ 'ਚ ਤੁਹਾਨੂੰ ਨਾਟਕ ਦਿਖਾਵਾਂਗੇ। ਸੋ ਹੁਣ ਆਪਾਂ ਜ਼ਿਆਦਾ ਟਾਈਮ ਨਾ ਲਾਉਂਦੇ ਹੋਏ ਨਾਟਕ ਸ਼ੁਰੂ ਕਰੀਏ। ਕਰੀਏ ਸ਼ੁਰੂ। ਬਸ ਇੱਕ ਬੇਨਤੀ ਆ ਬਈ, ਇੱਕ ਬੇਨਤੀ ਆ ਸਾਰਿਆਂ ਨੂੰ, ਆਵਾਜ਼ ਆ ਰਹੀ ਹੈ ਸਾਰਿਆਂ ਤੱਕ ਨਾ? ਇੱਕੋ ਬੇਨਤੀ ਆ, ਹੱਸਣ ਵਾਲੀ ਗੱਲ ਹੋਈ ਖੁੱਲ ਕੇ ਹੱਸਿਓ, ਅਸੀਂ 2 ਮਿੰਟ ਰੁਕ ਜਾਵਾਂਗੇ, ਕੋਈ ਇਸ਼ੂ ਨਹੀਂ, ਠੀਕ ਆ? ਤਾੜੀ ਮਾਰਨ ਵਾਲੀ ਗੱਲ ਹੋਈ ਤਾੜੀ ਮਾਰਿਓ, ਜੀ ਕੀਤਾ ਕੂਕਾ ਮਾਰੋ, ਜੀ ਕੀਤਾ ਕੂਕਾ ਮਾਰਿਓ, ਕੋਈ ਚੱਕਰ ਨਹੀਂ। ਪਰ ਬੋਲਣਾ ਨਹੀਂ ਨਾ। ਉਹ ਕਹਿੰਦਾ ਕਰਨ ਔਜਲੇ ਵਾਂਗੂ ਤੇਜ਼ ਨਾ ਬਣੀ, ਤੇਜ਼ ਮੈਂ ਵੀ ਬਹੁਤ ਹੈ ਨਾ। ਹਾਂ ਬੋਲਣਾ ਨਹੀਂ ਹੈਗਾ ਕਿਸੇ ਨੇ। ਪਤਾ ਕੀ ਚੱਕਰ ਹੁੰਦਾ, ਅਸੀਂ ਇੰਟਰੈਕਟਲੀ ਤਰੀਕੇ ਨਾਲ ਤੁਹਾਡੇ ਨਾਲ ਗੱਲ ਕਰਨੀ ਆ, ਬੰਦਾ ਨਾ ਪਤਾ ਲੱਗ ਜਾਂਦਾ। ਫਿਰ ਜਿਹੜਾ ਬੋਲਦਾ ਆਇਆ ਇਹਨਾਂ ਪਲੇ ਰੋਕ ਕੇ ਇੱਥੇ ਬੁਲਾ ਲੈਣਾ, ਕਿਉਂਕਿ ਆਪਣਾ ਸਿੱਧਾ ਜਿਹਾ ਹਿਸਾਬ ਆ, ਇੱਥੇ ਬੋਲਣ ਤੇ ਸੱਚੀ ਬੱਕੀਆਂ ਤੋਂ ਜ਼ੋਰ ਲੱਗਦਾ, ਬਹੁਤ ਜ਼ੋਰ ਲੱਗਦਾ ਬੋਲਣ ਤੇ। ਜੇ ਤੁਸੀਂ ਬੋਲੀ ਜਾਓਗੇ ਫਿਰ ਸਾਡਾ ਆਇਆ ਦਾ ਵੀ ਕੋਈ ਫਾਇਦਾ ਨਹੀਂ। ਤੁਹਾਡੇ ਲਈ ਆਇਆ, ਤੁਹਾਡੇ ਵਰਗੇ ਹੀ ਆ, ਤੁਹਾਡੇ ਨਾਲੋਂ 5-4 ਸਾਲ ਵੱਡੇ ਹੋਵਾਂਗੇ, ਤੁਹਾਡੇ ਪੜ੍ਹਾਈਆਂ। ਸੋ ਹੁਣ ਆਪਾਂ ਜ਼ਿਆਦਾ ਟਾਈਮ ਨਾ ਲਾਉਂਦੇ, ਆਪਾਂ ਨਾਟਕ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਇੱਕ ਜ਼ੋਰਦਾਰ ਤਾੜੀ ਜ਼ਰੂਰ ਲਾਓ। ਨੁੱਕੜ ਨਾਟਕ ਹਮੇਸ਼ਾ ਏਦਾਂ ਸ਼ੁਰੂ ਹੁੰਦੇ ਨੇ ਜਿਵੇਂ ਆਪਣੇ ਸਕੂਲ ਦਾ ਜਨਰੇਟਰ, ਜਿਵੇਂ ਅਸੀਂ ਇਹਦੇ ਵਿੱਚ ਤਾੜੀ ਮਾਰਾਂਗੇ ਉਵੇਂ ਤਾੜੀ ਲਾਉਣੀ ਹੈ, ਠੀਕ ਆ? ਨਾਟਕ ਨਾਟਕ ਅਸੀਂ ਹਾਂ ਨਾਟਕ ਵਾਲੇ ਦੋਸਤੋ, ਅਸੀਂ ਹਾਂ ਨਾਟਕ ਵਾਲੇ। ਸੋ ਹਾਜ਼ਰੀਨ ਦੋਸਤੋ, ਪੇਸ਼ ਹੈ ਨੁੱਕੜ ਨਾਟਕ ਬੈਗੀ। ਸਤਿ ਸ਼੍ਰੀ ਅਕਾਲ ਜੀ। ਨਮਸਕਾਰ। ਕਹਿੰਦੇ ਤੁਸੀਂ ਸਾਰੇ ਆਪੋ ਆਪਣੇ ਧਰਮ ਦੇ ਹਿਸਾਬ ਨਾਲ ਮੇਰੀ ਫਤਿਹ ਕਬੂਲ ਕਰ ਸਕਦੇ ਹੋ, ਕਿਉਂਕਿ ਹਰੇਕ ਧਰਮ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੈ, ਕਿਉਂਕਿ ਧਰਮਾਂ ਦੇ ਰੌਲੇ ਬਹੁਤ ਪੈਂਦਾ ਤੇ ਰੌਲਿਆਂ 'ਚ ਛਿੱਤਰ। ਮੇਰਾ ਨਾਮ ਹੈ ਸਰਵਣ। ਸਰਵਣ ਉਹ ਨਹੀਂ ਜਿਹੜਾ ਆਪਣੇ ਮਾਤਾ ਪਿਤਾ ਨੂੰ ਵੈਗੀ ਦੇ ਬਿਠਾ ਕੇ ਤੀਰਥ ਯਾਤਰਾ ਤੇ ਲੈ ਗਿਆ ਸੀ, ਵੈਗੀ ਪਤਾ ਨਾ? ਹਾਂਜੀ। ਬਲਕਿ ਮੈਂ ਤਾਂ ਪਿੰਡ ਦਾ ਉਹ ਸਰਵਣ ਹਾਂ ਜਿਹੜਾ ਹਰ ਇੱਕ ਵਿਲਾ, ਜਿਹੜਾ ਆਪਣੇ ਮਾਂ-ਬਾਪ ਤੇ ਬੋਝ ਬਣਿਆ ਹੋਇਆ। ਅੱਛਾ, ਪਿੰਡ ਦੇ ਸਾਰੇ ਲੋਕ ਮੈਨੂੰ ਡਾਕਟਰ ਸਰਵਣ ਕਹਿੰਦੇ ਨੇ। ਪੁੱਛੋ ਕਿਉਂ? ਮੈਨੂੰ ਤਾਂ ਆਪ ਨਹੀਂ ਪਤਾ ਕਿਉਂ ਕਹਿੰਦੇ ਨੇ। ਨਹੀਂ, ਹੁਣ ਤੁਸੀਂ ਸਾਰੇ ਸੋਚਦੇ ਹੋਗੇ ਵੀ ਬੰਦਾ ਆਪਣੇ ਆਪ ਨੂੰ ਡਾਕਟਰ ਕਹਿ ਰਿਹਾ। ਵੀਰੇ ਬੋਲਣਾ ਨਹੀਂ ਯਾਰ, ਮੈਂ ਪਹਿਲਾਂ ਵੀ ਕਿਹਾ ਬੋਲਣਾ ਨਹੀਂ ਹੈਗਾ। ਤੂੰ ਆ ਕੇ ਦੇਖ ਲੈ ਇੱਥੇ ਕਰਕੇ, ਪਤਾ ਲੱਗ ਜੂਗਾ ਵੀ ਕਿਵੇਂ ਹੁੰਦਾ। ਅੱਛਾ, ਪਿੰਡ ਦੇ ਲੋਕ ਮੈਨੂੰ ਡਾਕਟਰ ਕਹਿੰਦੇ ਨੇ। ਹੁਣ ਤੁਸੀਂ ਸਾਰੇ ਸੋਚ ਰਹੇ ਹੋਗੇ ਵੀ ਮੈਂ ਕਿਤੇ ਕੋਈ ਵੱਡਾ ਸਾਰਾ ਡਾਕਟਰ ਹੋਊਗਾ ਨਾ, ਕਿਸੇ ਵੱਡੇ ਸਾਰੇ ਹਸਪਤਾਲ ਦੇ ਵਿੱਚ ਲੱਗਿਆ ਹੋਊਗਾ, ਜਾਂ ਕਿਤੇ ਕੋਈ ਦੰਦਾਂ ਜੜ੍ਹਾਂ ਦਾ ਡਾਕਟਰ ਹੋਊ, ਕਿਤੇ ਬਾਈ ਵਰਗਾ ਕੇ ਕਹਿੰਦੇ ਮੇਰੀ ਜਾਨ ਨਹੀਂ। ਮੈਂ ਕਿਤੇ ਭੁੱਲ ਭੁਲੇਖੇ ਕਰ ਲਈ PhD। ਤੇ ਜਿਹੜੇ ਬੰਦੇ ਨੇ PhD ਕੀਤੀ ਹੋਵੇ, ਜਾਂ ਤੁਹਾਡੇ ਜਿੰਨੇ ਟੀਚਰ ਸਾਹਿਬਾਨ ਬੈਠਿਆ, ਇਹਨਾਂ ਤੋਂ ਜਿਨ੍ਹਾਂ ਨੇ ਵੀ PhD ਕੀਤੀ ਹੋਣੀ ਆ, ਜਾਂ ਤੁਸੀਂ ਪੜ੍ਹ ਲਿਖ ਕੇ ਬੈਠੇ ਹੋ ਕਿ PhD
ਕਰੋਗੇ ਨਾ ਤਾਂ ਤੁਹਾਡੇ ਨਾਮ ਦੇ ਅੱਗੇ ਡਾਕਟਰ ਲੱਗ ਜੂ। ਹੁਣ PhD ਕਰਨ ਦੇ ਬਾਵਜੂਦ ਨੌਕਰੀ ਕੋਈ ਮੈਨੂੰ ਮਿਲੇਗੀ ਜਮਾ ਵਿਹਲਾ ਫਿਰਦਾ। ਹੁਣ ਇਸੇ ਕਰਕੇ ਅੱਜ ਮੈਂ ਇੱਥੇ ਸ਼ੁਰੂ ਕਰਨ ਲੱਗਿਆ ਆਪਣਾ ਬਿਜ਼ਨਸ। ਹੁਣ ਤੁਸੀਂ ਬਿਜ਼ਨਸ ਤੋਂ ਸੋਚਦੇ ਹੋਗੇ ਕਿ ਇੱਕ ਬੰਦਾ ਪੜ੍ਹਿਆ ਲਿਖਿਆ ਬੰਦਾ ਚੰਗਾ ਪੈਸਾ ਲਾ ਕੇ ਕੋਈ ਚੰਗਾ ਸਾਰਾ ਵੱਡਾ ਸਾਰਾ ਬਿਜ਼ਨਸ ਸ਼ੁਰੂ ਕਰੂਗਾ, ਪਰ ਨਹੀਂ। ਮੈਂ ਲਾਉਣ ਲੱਗਿਆ ਇੱਥੇ ਰੇਹੜੀ ਵੀ ਕੋਈ ਕੁਲਚੇ 버ਗਰਾਂ ਦੀ ਨਹੀਂ ਤੇ ਨਾ ਹੀ ਕੋਈ ਗੋਲ ਗੱਪਿਆਂ ਦੀ। ਹੁਣ ਗੋਲ ਗੱਪਿਆਂ ਨਾਲ ਹਣ ਕੇ ਤੇਰੀਆਂ ਕੁੜੀਆਂ ਦੇ ਵਿੱਚ ਪਾਣੀ ਆ ਗਿਆ ਹੈਨਾ। ਨਹੀਂ, ਮੈਂ ਰੇਹੜੀ ਲਾਉਣ ਲੱਗਿਆ ਅੱਜ ਇੱਥੇ ਆਪਣੀਆਂ ਡਿਗਰੀਆਂ ਦੀ ਆਪਣੇ ਸਾਰੇ ਸਰਟੀਫਿਕੇਟ। ਯਕੀਨ ਮੰਨਿਓ ਇਹਨਾਂ ਡਿਗਰੀਆਂ ਦਾ ਇਹਨਾਂ ਸਾਰੇ ਸਰਟੀਫਿਕੇਟਾਂ ਦਾ ਮੇਰੀ ਜ਼ਿੰਦਗੀ 'ਚ ਕੋਈ ਮਹੱਤਵ ਨਹੀਂ ਰਿਹਾ। ਇਹ ਗੱਲ ਕਿਤੇ ਨਾ ਕਿਤੇ ਮੇਰੀ ਬੇਬੇ ਨੂੰ ਵੀ ਪਤਾ ਲੱਗ ਗਈ। ਉਹਨੇ ਸਾਰੇ ਸਰਟੀਫਿਕੇਟ ਮਾਂ ਦੀ ਧੀ ਚੁੱਲ੍ਹੇ 'ਚ ਦੀ ਜਾਵੇ। ਮੈਂ ਜਾ ਕੇ ਬੇਬੇ ਨੂੰ ਪੁੱਛ ਲਿਆ, ਮੈਂ ਕਿਹਾ ਬੇਬੇ ਮੇਰੀਆਂ ਡਿਗਰੀਆਂ ਨੇ ਚੁੱਲ੍ਹੇ 'ਚ ਨਾ ਦੇ। ਬੇਬੇ ਕਹਿੰਦੀ ਹਾਂ। ਮੈਂ ਸੋਚਿਆ ਵੀ ਚੱਲ ਬੇਬੇ ਨੇ ਸੁਣਿਆ ਨਹੀਂ ਹੋਣਾ। ਮੈਂ ਦੁਬਾਰੇ ਫੇਰ ਕਿਹਾ, ਮੈਂ ਕਿਹਾ ਬੇਬੇ ਮੇਰੀਆਂ ਡਿਗਰੀਆਂ ਨੇ ਚੁੱਲ੍ਹੇ 'ਚ ਨਾ ਦੇ। ਬੇਬੇ ਫੇਰ ਕਹਿੰਦੀ ਹਾਂ। ਮੈਂ ਲਾਲਾ ਸਾਹਿਬ ਵੀ ਮੇਰੀ ਬੇਬੇ ਦਾ ਸਪੀਕਰ ਵੇਲ ਹੈ, ਇਹਨੂੰ ਉੱਚਾ ਸੁਣਦਾ। ਮੈਂ ਅੱਕਾ ਪਿਆ ਸੀ, ਉਤੋਂ ਥੋੜਾ ਗੁੱਸੇ 'ਚ ਸੀ, ਮੈਂ ਥੋੜਾ ਢਿੱਲ ਕੇ ਬੋਲ ਪਿਆ, ਮੈਂ ਕਿਹਾ ਬੇਬੇ ਮੇਰੀਆਂ ਡਿਗਰੀਆਂ ਨੇ ਚੁੱਲ੍ਹੇ 'ਚ ਨਾ ਦੇ। ਐਡੀ ਗੱਲ ਸੁਣੀ ਨਹੀਂ ਕਿ ਬੇਬੇ ਦਾ ਚਿਹਰਾ ਵਸ ਗਿਆ। ਉਹਦਾ ਮਨ ਜਾ ਭਰ ਆਇਆ। ਉਹਨੇ ਮੈਨੂੰ ਭਰੇ ਜਿਹੇ ਮਨ ਨਾਲ ਕਿਹਾ, ਕਹਿੰਦੀ ਪੁੱਤ ਮੈਂ ਤਾਂ ਸੋਚਿਆ ਸੀ ਆਹ ਡਿਗਰੀਆਂ ਤੇਰੀ ਸਾਰੀ ਉਮਰ ਦੀ ਰੋਟੀ ਪਕਾਉਣਗੀਆਂ। ਸਾਰੀ ਉਮਰ ਦੀ ਤਾਂ ਪੱਕੀ ਨਹੀਂ। ਸੋਚਿਆ ਦੋ ਡੰਗ ਦੀ ਲਾ ਲਈਏ, ਦੋ ਡੰਗ ਦੀ ਲਾ ਲਈਏ। ਆਹ ਗੱਲ ਹੁਣ ਮੇਰੀ ਬੇਬੇ ਦੀ ਗੱਲ ਸੁਣ ਕੇ ਨਾ ਜੱਜ ਝੋੜਿਆ ਗਿਆ, ਰੁੱਖ ਭਰ ਆਇਆ ਜ਼ਮੀਨ ਦੀ ਪੈਰਾਂ ਥੱਲੋਂ ਕਿ ਮੈਂ ਯਾਰ ਸਾਰੀ ਉਮਰ ਮੈਂ ਮਿਹਨਤ ਕੀਤੀ, ਇੰਨੀ ਮਿਹਨਤ ਨਾਲ ਮੈਂ ਡਿਗਰੀਆਂ ਹਾਸਲ ਕੀਤੀਆਂ ਤੇ ਮੇਰੀਆਂ ਡਿਗਰੀਆਂ ਦਾ ਯਾਰ ਸਿਰਫ ਆਹੀ ਮੁੱਲ ਉਹ ਸਿਰਫ ਇੱਕ ਡੰਗ ਦੀ ਰੋਟੀ ਲਾਉਣ ਦਿੰਦੀਆਂ ਨੇ। ਇਹ ਕਿਹਾ ਮੇਰੀ ਬੇਬੇ ਨੇ। ਮੇਰੀ ਬੇਬੇ ਦਾ ਬੇਬੇ ਮੇਰਾ ਬਾਪੂ ਉਦੋਂ ਵੀ 4 ਕੰਡੇ ਟੱਪ ਗਏ। ਉਹਨੇ ਇੱਕ ਦਿਨ ਮਾਂ ਦੇ ਪੁੱਤ ਨੇ ਚੱਕਿਆ 8ਵੀਂ ਕਲਾਸ ਦਾ ਸਰਟੀਫਿਕੇਟ ਤੇ ਕੰਨ 'ਤੇ ਫੇਰੀ ਜਾਵੇ। ਉਹ ਮੇਰੇ ਕੰਨ ਵਿੱਚ ਹੁੰਦੀਆਂ ਕੁਰਕੜੇ ਮੈਨੂੰ ਕਰਦਾ ਲੈਣ ਦੇ, ਕਰਤਾ ਲੈਣ ਦੇ, ਕਰਦਾ ਲੈਣ ਦੇ। ਪਾਪਾ ਹਾਂ ਕਿਵੇਂ ਆ? ਵਧੀਆ, ਤੂੰ ਸੁਣਾ? ਮੈਂ ਵੀ ਵਧੀਆ। ਓਏ ਆ ਕੀ ਮੇਰਾ 8ਵੀਂ ਕਲਾਸ ਦਾ ਸਰਟੀਫਿਕੇਟ ਕੰਨ 'ਚ ਕਿਉਂ ਫੇਰੀ ਜਾਂਦਾ? ਉਹ ਮੇਰੇ ਕੰਨ 'ਚ ਮੈਲਾ ਯਾਰ। ਉਹ ਮੈਲ ਕਢਾ ਲਿਆ ਕਰੋ। ਨਾਲੇ ਤੈਨੂੰ ਪਤਾ 8ਵੀਂ ਬਹੁਤ ਔਖੀ ਹੁੰਦੀ ਆ। 8ਵੀਂ ਔਖੀ ਹੁੰਦੀ ਆ? ਆਹੋ ਔਖੀ ਹੁੰਦੀ ਆ। 8ਵੀਂ ਔਖੀ ਹੁੰਦੀ ਆ? ਔਖੀ ਹੁੰਦੀ ਆ। ਆ ਸੁਣ ਲਓ, 8ਵੀਂ ਔਖੀ ਹੁੰਦੀ ਆ? ਓਏ ਆਹੋ ਔਖੀ ਹੁੰਦੀ ਆ। 8ਵੀਂ ਔਖੀ ਹੁੰਦੀ ਆ? ਓਏ ਔਖੀ ਹੁੰਦੀ ਆ। ਹੋਵੇ ਆਪਾਂ ਕਿਹੜਾ ਕੀਤੀ ਆ? ਓਏ ਤੂੰ ਨਹੀਂ ਕੀਤੀ, ਮੈਂ ਤਾਂ ਕੀਤੀ ਆ। ਮੈਂ ਦਿਨ ਰਾਤ ਇੱਕ ਕਰਕੇ ਪੜਿਆ। 8ਵੀਂ ਸੱਚੀ ਬਹੁਤ ਔਖੀ ਹੁੰਦੀ ਆ। ਆ ਸੁਣ ਲਓ, ਕਹਿੰਦਾ 8ਵੀਂ ਔਖੀ ਹੁੰਦੀ ਆ। ਹਾਂ ਉਹ ਅੱਜ ਕੱਲ੍ਹ ਤਾਂ ਸਰਕਾਰ ਨੇ ਰੂਲ ਬਣਾਇਆ ਸੀ ਕਿ ਕੋਈ ਵੀ ਬੱਚਾ 8ਵੀਂ ਤੱਕ ਫੇਲ ਨਹੀਂ ਕਰਨਾ ਤੇ ਭੈੜੀ ਜੀ ਬੂਥੀ ਵਾਲਾ ਕਹਿੰਦਾ 8ਵੀਂ ਔਖੀ। ਪਾਪਾ ਹਾਂ ਪੁੱਤ। ਮੇਰੀ ਬੁੱਥੀ ਭੈੜੀ ਆ। ਹਾਂ ਫਿਰ ਜਿਹੋ ਜਿਹਾ ਤੂੰ ਸੀ ਉਹ ਜਿਹਾ ਮੈਂ ਹੋ ਗਿਆ। ਓਏ ਮੇਰੀ ਗੱਲ ਸੁਣ ਪਾਪਾ। ਉਹ ਤੇ ਕੈਮਰਾ ਚੱਲੀ ਜਾਂਦਾ। ਸਰਟੀਫਿਕੇਟ ਖੋ ਲਿਆ। ਜਿਹਦੇ ਸਰਟੀਫਿਕੇਟ ਮੈਂ ਨਹੀਂ ਦਿੰਦਾ। ਤੇਰੇ ਨਹੀਂ ਦਿੰਦਾ। ਨਹੀਂ ਦਿੰਦਾ, ਨਹੀਂ ਦਿੰਦਾ। ਨਹੀਂ ਦਿੰਦਾ, ਨਹੀਂ ਦਿੰਦਾ। ਦੱਸੀ ਦੇ ਚੱਕ ਦੇ। ਹੁਣ ਮੇਰੇ ਬਾਪੂ ਨੂੰ ਕੌਣ ਸਮਝਾਵੇ? ਮੇਰਾ ਬਾਪੂ ਕਹਿੰਦਾ ਕਿ ਅੱਜ ਕੱਲ੍ਹ ਸਰਕਾਰ ਨੇ ਰੂਲ ਬਣਾਇਆ ਹੋਇਆ ਸੀ ਵੀ ਕੋਈ ਜਵਾਕ 8ਵੀਂ ਤੱਕ ਫੇਲ ਨਹੀਂ ਕਰਨਾ। ਇਹ ਸਰਕਾਰੀ ਸਕੂਲਾਂ ਦੇ ਵਿੱਚ ਰੂਲ ਬਣਿਆ ਹੋਇਆ ਸੀ। ਸ਼ਾਇਦ ਆਪਣੇ ਪ੍ਰਾਈਵੇਟ ਸਕੂਲ ਇਹਨਾਂ 'ਚ ਨਾ ਬਣਿਆ ਹੋਵੇ ਵੀ 8ਵੀਂ ਤੱਕ ਕੋਈ ਬੱਚਾ ਫੇਲ ਨਹੀਂ ਕਰਨਾ। ਮੈਨੂੰ ਇੱਕ ਗੱਲ ਦੱਸੋ ਯਾਰ, ਵੀ ਜਦੋਂ ਬੱਚਾ 8ਵੀਂ ਤੱਕ ਨਹੀਂ ਪੜ੍ਹਿਆ ਅੱਗੇ ਕੀ ਸੁਆਹ ਪੜੂਗਾ? ਅੱਗੇ ਜਾ ਕੇ ਉਹਦਾ ਬਾਹ ਪੈ ਜਾਂਦਾ ਸਾਇੰਸ ਥੀਟਾ ਕਾਸ ਥੀਟਾ ਨਾਲ। ਫਿਰ ਪੱਕੇ ਪੇਪਰਾਂ 'ਚ ਪਤਾ ਕੀ ਹਾਲ ਹੁੰਦਾ? ਮੈਡਮ ਜੀ ਆਹ ਸਿਲੇਬਸ ਚੋਂ ਬਾਹਰ ਆ ਗਿਆ ਜੀ। ਆਹ ਹਾਲ ਹੁੰਦਾ ਫਿਰ ਪੱਕੇ ਪੇਪਰਾਂ ਦੇ ਵਿੱਚ ਜਾ ਕੇ। ਪਰ ਯਕੀਨ ਮੰਨਿਓ ਸਾਡੇ ਵੇਲਿਆਂ ਦੇ ਵਿੱਚ ਜਾਂ ਜਿੰਨੇ ਤੁਹਾਡੇ ਟੀਚਰ ਸਾਹਿਬਾਨ ਬੈਠਾ ਇਹਨਾਂ ਦੇ ਵੇਲਿਆਂ ਦੇ ਵਿੱਚ ਜਾਂ ਜਿਨ੍ਹਾਂ ਨੇ ਅੱਜ ਤੋਂ 10-12 ਸਾਲ ਪਹਿਲਾਂ 8ਵੀਂ 10ਵੀਂ ਕੀਤੀ ਆ ਉਹਨਾਂ ਦੇ ਵੇਲਿਆਂ ਦੇ ਵਿੱਚ 8ਵੀਂ 10ਵੀਂ ਬੋਰਡ ਦੀ ਕਲਾਸ ਹੁੰਦੀ ਸੀ। ਸੱਚਿਓ ਬਹੁਤ ਔਖੀ ਹੁੰਦੀ ਸੀ। ਦਿਨ ਰਾਤ ਇੱਕ ਕਰਕੇ ਪੜ੍ਹਨਾ ਪੈਂਦਾ ਸੀ। ਜੇ ਕਿਤੇ ਸਕੂਲ ਦਾ ਕੰਮ ਨਾ ਕੀਤਾ ਹੋਣਾ ਮਾਸਟਰ ਨੇ ਢਾਲਣਾ। ਇੰਨੇ ਕੱਬੇ ਮਾਸਟਰ ਹੁੰਦੇ ਸੀ ਮੇਰੇ ਦੇ ਥੱਲੇ ਵਾੜ ਕੇ ਲੱਤ ਮਾਰਦੇ ਸੀ। ਕਹਿੰਦੇ ਜ਼ਿੰਦਗੀ 'ਚ ਨਾ ਸੁਣ ਲਈ ਬਾਈ, ਬੋਲਣੋਂ ਤਾਂ ਤੂੰ ਹਟਿਆ ਨਹੀਂ, ਸੁਣ ਲਈ ਹੁਣ ਧਿਆਨ ਨਾਲ। ਜ਼ਿੰਦਗੀ 'ਚ ਨਾ 2 ਤਰ੍ਹਾਂ ਦੇ ਸਟੂਡੈਂਟ ਹੁੰਦੇ ਆ। ਇੱਕ ਹੁੰਦੇ ਆ ਸ਼ਰਾਰਤੀ, ਇੱਕ ਹੁੰਦੇ ਆ ਬਾਈ ਬਦਤਮੀਜ਼। ਜਿਹੜੇ ਬੱਚੇ ਸ਼ਰਾਰਤੀ ਹੁੰਦੇ ਆ ਨਾ ਉਹ ਆਪਣੇ ਮਾਂ-ਬਾਪ ਨੂੰ, ਉਹ ਆਪਣੇ ਅਧਿਆਪਕਾਂ ਨੂੰ, ਆਪਣੇ ਟੀਚਰਸ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ ਸਭ ਨੂੰ ਪਸੰਦ ਹੁੰਦੇ ਆ ਤੇ ਉਹ ਜ਼ਿੰਦਗੀ 'ਚ ਕੁਛ ਨਾ ਕੁਛ ਬਣ ਵੀ ਜਾਂਦੇ ਕਿਉਂਕਿ ਉਹ ਬਹੁਤ ਜ਼ਿਆਦਾ ਇੰਟੈਲੀਜੈਂਟ ਹੁੰਦੇ ਆ। ਪਰ ਜਿਹੜੇ ਬੱਚੇ ਬਈ ਬਦਤਮੀਜ਼ ਹੁੰਦੇ ਆ ਨਾ ਉਹ ਉੱਥੇ ਦੇ ਉੱਥੇ ਹੀ ਰਹਿ ਜਾਂਦੇ, ਉਹ ਜ਼ਿੰਦਗੀ 'ਚ ਕਦੇ ਕੁਛ ਬਣ ਨਹੀਂ। ਹੁਣ ਤੁਸੀਂ ਦੇਖ ਲਿਓ, ਇਹ ਮੇਰੇ ਨਾਚ ਦਾ ਪਹਿਲਾ ਸਵਾਲ ਆ ਜਿਹੜਾ ਮੈਂ ਤੁਹਾਡੇ ਤੇ ਛੱਡ ਕੇ ਜਾ ਰਿਹਾ ਵੀ ਤੁਸੀਂ ਸ਼ਰਾਰਤੀ ਬਣਨਾ ਕਿ ਬਦਤਮੀਜ਼ ਬਣਨਾ। ਫਰਕ ਸਿਰਫ ਦੋਵਾਂ 'ਚ ਥੋੜਾ ਜਿਹਾ ਹੁੰਦਾ, ਸੋਚ ਲਿਓ। ਠੀਕ ਆ। ਖੈਰ 8ਵੀਂ ਕਲਾਸ 'ਚ 8ਵੀਂ 9ਵੀਂ ਕਲਾਸ 'ਚ ਸਾਰੇ ਬੱਚੇ ਸ਼ਰਾਰਤੀ ਹੁੰਦੇ ਨੇ।
ਇੱਥੇ ਮੈਂ ਅੱਜ ਤੁਹਾਨੂੰ ਆਪਣੀ ਸਰਬਣ ਦੀ ਕਹਾਣੀ ਸੁਣਾਉਣਾ ਹੈ। ਠੀਕ ਹੈ, ਤੁਹਾਡੇ ਸਾਰਿਆਂ ਵਾਂਗ 8ਵੀਂ ਕਲਾਸ 'ਚ ਮੈਂ ਵੀ ਬੜਾ ਸ਼ਰਾਰਤੀ ਹੁੰਦਾ ਸੀ। ਸ਼ਕਤੀਮਾਨ ਦੇਖਦੇ ਹੋ ਸਾਰੇ? ਹਾਂ, ਸ਼ਕਤੀਮਾਨ ਹੀ ਦੇਖਦੇ ਹੋ, ਪੜ੍ਹਦੇ ਨਹੀਂ ਸੀਗੇ ਹੈ। ਸਾਡੇ ਸਕੂਲ 'ਚ ਸੀਗਾ ਵੱਡਾ ਸਾਰਾ ਬੋਰਡ ਦਾ ਦਰਖਤ, ਉੱਤੇ ਵੱਡਾ ਸਾਰਾ ਪਿੰਡਾਂ ਦਾ ਚੱਕਰ, ਉੱਤੋਂ ਮੈਂ ਜੱਟਾਂ ਦਾ ਮੁੰਡਾ ਸ਼ਕਤੀਮਾਨ ਦਾ ਫੈਨ। ਆਪਾਂ ਕੀ ਕੀਤਾ, ਉਹਦਾ ਸ਼ਕਤੀਮਾਨ ਦੇਖ ਕੇ ਗਏ ਤੇ ਉਹਦੇ ਮੈਨੂੰ ਕੀ ਪਤਾ ਸੀ ਵੀ ਪਿੱਛੋਂ ਭੋਲਾ ਨਹੀਂ ਮਾਸਟਰ ਆਣਗੇ। ਆਪਾਂ ਚੱਕਿਆ ਰੋੜਾ ਤੇ ਮਾਰਿਆ ਭਿੰਡਾਂ ਦੇ ਖੱਖਰ 'ਚ, ਉੱਤੋਂ ਭਿੰਡਾਂ ਦਾ ਮਜ਼ਾਕ। ਆ ਜਾ ਲੜਦਾ ਕਬੱਡੀ 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 ਹੜਾ 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 ਭੋਲੇ ਆ ਜਾ ਕਿਹੜਾ ਬਗਾ ਛੇਤੀ ਆ ਜਾ ਭੋਲੇ। ਉਹ ਕਿੱਥੇ ਮਰ ਗਿਆ, ਛੇਤੀ ਆ ਜਾ। ਉਹ ਕਿੱਥੇ ਪਾਉ ਲੱਗੇ ਜੀ। ਪਾਉ ਲੱਗੇ ਤਾਂ ਹੋਰ ਕਿੰਨੇ ਕਿਲੋ ਵਾਲਾ? 5 ਲੱਖ ਦਾ। ਚੱਲ ਮੁਰਗਾ ਬਣ ਤੇ। ਹਾਂਜੀ, ਮੁਰਗਾ ਬਣ। ਕਿਹੜਾ ਜੀ ਤਰੀ ਵਾਲਾ ਕਿ ਸੁੱਕਾ? ਉਹ ਜੀ ਕਰਦਾ ਕੀ ਸੀ? ਉਹ ਤਾਂ ਜੀ ਮੈਂ ਭਿੰਡਾਂ ਨਾਲ ਕਬੱਡੀ ਖੇਡਦਾ ਸੀ ਜੀ। ਕਿਹੜੀ ਕਬੱਡੀ? ਹਾਂਜੀ, ਹੱਥ ਤੋਂ ਜਿਹੜਾ ਪਤਾ ਕਾ ਲੈਣਾ? ਮਾਸਟਰ ਜੀ ਮੈਂ ਥੋੜੀ ਪੰਗਾ ਲਿਆ ਸੀ। ਹੋਰ? ਉਹ ਤਾਂ ਭਿੰਡਾਂ ਨੇ ਆਪਣੇ ਸਕੂਲ ਤੇ ਹਮਲਾ ਬੋਲਦਾ ਸੀ। ਅੱਛਾ। ਉਹ ਫਿਰ ਮੈਂ ਸ਼ਕਤੀਮਾਨ ਦੇਖ ਕੇ ਆਇਆ ਸੀ, ਮੈਂ ਕੱਲੀ ਕੱਲੀ ਭਰਿੰਡ ਨੂੰ ਘੇਰਾ ਪਾ ਲਿਆ। ਮਾਰਦੀ ਗਲੀ ਗਲੀ। ਨਹੀਂ ਐ ਤਾਂ ਕੁਝ ਕੁ ਸਾਈਡਾਂ ਤੋਂ ਵੀ ਲੰਘ ਗਿਆ ਜੀ। ਆਪਾਂ ਫੇਰ ਮਾਰਦੇ ਆ। ਇਹਦੇ ਬਾਰੇ ਸੁਣ ਲਓ ਜੀ। ਇਹ ਸਾਡੇ ਸਕੂਲ ਦਾ ਹੋਣ ਵਾਲਾ ਵਿਦਿਆਰਥੀ ਹੈ। ਬਸ ਜੀ ਕਦੇ ਮਾਣ ਹੀ ਨਹੀਂ ਕੀਤਾ। ਯਾਰ ਉਹ ਤਾਂ ਕਰਨ ਵੀ ਨਹੀਂ ਦੇਣਾ। ਹਾਂ, ਤੇ ਸਾਰਾ ਕੰਮ ਬਿਲਕੁਲ ਟਿਪ ਟੌਪ ਕਰਕੇ ਲਿਆਉਂਦਾ। ਹਾਂਜੀ ਤੇ ਅੱਜ ਵੀ ਮੇਰਾ ਸ਼ੇਰ ਪੱਕਾ ਕੰਮ ਪੂਰਾ ਕਰਕੇ ਲਿਆਇਆ ਹਾਂਜੀ ਹੋਇਆ। ਹਾਂਜੀ ਹਾਂਜੀ ਹਾਂਜੀ। ਲਿਆ ਫਿਰ ਕਾਪੀ ਲਿਆ, ਕਾਪੀ ਚੈੱਕ ਕਾਪੀ ਲਿਆ, ਕਾਪੀ ਚੈੱਕ ਕਰਦੇ ਆ। ਆਪਣੇ ਹੀ ਘਰੇ ਪਿਆ। ਅੱਛਾ, ਰੋਟੀ ਖਾਣੀ ਨਹੀਂ ਪੁੱਤ? ਰੋਟੀ ਰੋਟੀ ਮੈਂ ਖਾਂਦੀ। ਹੋਰ ਕੀ ਖਾਣਾ? ਪਰੌਂਠੇ। ਉਹ ਮੈਂ ਤੋਂ ਲਫੇੜੇ ਨਾ ਖਾਲੀ, ਤੂੰ ਕਰੇ ਜਾ। ਨਾਲੇ ਬਾਪੂ ਨੂੰ ਬੁਲਾ ਕੇ ਲਿਆ ਤੇ ਨਾਲੇ ਆਪਣੀ ਕਾਪੀ ਲੈ ਕੇ ਜਾ। ਅਰਜੀ ਮੇਰੀ ਭੂਆ। ਅਰਜੀ ਮੇਰੀ ਭੂਆ ਨਹਿਰ 'ਚ ਜਾਲ ਮਾਰ ਗਈ। ਮੇਰੀ ਭੂਆ ਨਹਿਰ 'ਚ ਜਾਲ ਮਾਰ ਗਈ। ਉਹ ਦਿਨ ਬੱਕਰੀਆਂ ਵੀ ਨਹਿਰ ਸੁੱਕੀ ਸੀ। ਪਾਗਲਾ ਤੂੰ, ਦਿਮਾਗ ਠੀਕ ਹੈ ਤੇਰਾ? ਚੱਲ ਕਰ ਜਾ। ਨਾਲੇ ਬਾਪੂ ਨੂੰ ਬੁਲਾ ਕੇ ਲਈ, ਨਾਲੇ ਕਾਪੀ ਲੈ ਗਈ। ਪਾਪੇ ਨੂੰ ਬੁਲਾਣਾ, ਪਾਪਾ ਕਿਹੜਾ ਪ੍ਰਧਾਨ ਮੰਤਰੀ ਆ ਜੀ? ਯਾਰ ਪਾਪਾ ਤੇਰਾ ਪ੍ਰਧਾਨ ਮੰਤਰੀ ਆ, ਰਾਸ਼ਟਰਪਤੀ ਆ, ਇਹ ਮੈਂ ਦੱਸੂ। ਠੀਕ ਹੈ, ਜਾ ਕਰ ਜਾ, ਕਾਪੀ ਲੈ ਗਿਆ। ਠੀਕ ਆ ਜੀ, ਜਾਨਾ ਜੀ। ਸਰ ਜੀ ਹਾਂ, ਬੋਲਟ ਹੈਗਾ, ਹਾਏ ਬੈਕ ਮਾਰਦਾ। ਆਹ ਦੇਖ ਲਓ, ਬੂਥੀ ਤੇ ਸੈਂਸਰ ਵਰਗੀ ਭਾਲਦਾ ਫੁੱਟ ਹੈ। ਚੱਲ ਬਾਪੂ ਨੂੰ ਬੁਲਾ ਲੈ ਜੀ। ਜਾਨਾ ਜੀ। ਮੇਰੇ ਮਾਸਟਰ ਜੀ ਕਹਿੰਦੇ ਆਪਣੇ ਬਾਪੂ ਨੂੰ। ਮੇਰੇ ਮਾਸਟਰ ਜੀ ਕਹਿੰਦੇ ਆਪਣੇ ਬਾਪੂ ਨੂੰ। ਮੇਰੇ ਮਾਸਟਰ ਜੀ ਕਹਿੰਦੇ ਆਪਣੇ ਬਾਪੂ ਨੂੰ। ਯਕੀਨ ਮੰਨਿਓ, ਉਹਨਾਂ ਵੇਲੇ 'ਚ ਬਾਪੂ ਨੂੰ ਬੁਲਾ ਕੇ ਲਿਆਉਣ ਦਾ ਮਤਲਬ ਹੁੰਦਾ ਸੀ ਵੀ ਘਰੋਂ ਲੱਦੇ ਛੱਡ ਕੇ ਲਿਆਉਣਾ ਹੈ। ਜਾਣਾ ਪੈਣਾ ਸੀ, ਨਹੀਂ ਮੇਰਾ ਸਕੂਲ 'ਚੋਂ ਨਾ ਕੱਟਿਆ ਜਾਣਾ ਸੀ। ਮੈਂ ਹਾਰ ਕੇ ਰੋਂਦਾ ਰੋਂਦਾ ਘਰੇ ਗਿਆ। ਪਾਪਾ ਪਾਪਾ ਯਾਰ ਕਿੱਥੇ ਆ? ਥੋੜੀ ਜਿਹੀ ਪੁੱਛੀ ਆ। ਹਾਂ, ਅੱਜ ਕਿ ਮੈਂ ਛੁੱਟੀ ਕਰੇ ਆ ਗਿਆ। ਉਹ ਮੈਨੂੰ ਮਾਸਟਰ ਨੇ ਕੁੱਟ ਕੇ ਘਰੇ ਭੇਜਤਾ, ਕਹਿੰਦਾ ਜੇ ਪਾਪੂ ਨੇ ਬੁਲਾ ਕੇ ਲੈ ਗਿਆ। ਬਾਹਲਾ ਡੱਬਾ ਮਾਸਟਰ ਆ। ਆਪ ਕੋਈ ਸ਼ਰਾਰਤ ਕੀਤੀ ਹੋਣੀ ਤਾਂ ਹੀ ਕੁੱਟਿਆ ਉਹਨੇ। ਸ਼ਰਾਰਤ ਕੀ, ਮੈਂ ਤਾਂ ਸਕੂਲ ਦਾ ਕੰਮ ਵੀ ਨਹੀਂ ਕਰਦਾ। ਉਹ ਤੂੰ ਸਕੂਲ ਵਗ ਜਾ, ਨਾਲੇ ਕਹਿ ਦੀ ਮਾਸਟਰ ਨੂੰ ਵੀ ਆ ਜਾਣਾ। ਆ ਜਾ ਯਾਰ, ਹਾੜੇ ਹਾੜੇ ਮੇਰਾ ਪਾਪਾ ਬਣ ਕੇ ਨੋਣਾ ਜਿਹਾ ਨਹੀਂ ਹੈਗਾ ਤੂੰ। ਮੈਨੂੰ ਇੱਕ ਤਾਂ ਇਹਦੀ ਸਮਝ ਨਹੀਂ ਆਉਂਦੀ ਕਿ ਮੈਂ ਖੇਤਾਂ 'ਚ ਕੰਮ ਕਰਾਂ ਜਾਂ ਤੇਰੇ ਪਿੱਛੇ ਸਕੂਲ ਭੱਜਾਂ। ਮੇਰੇ ਪਿੱਛੇ ਸਕੂਲ ਭੱਜ ਜਾ। ਤੂੰ ਖੇਤ ਵਗ ਜਾ ਫਿਰ। ਮੈਨੂੰ ਨਹੀਂ ਪਤਾ। ਜਾ ਜਾ, ਮਾਸਟਰ ਨੂੰ ਕਹਿ ਦੀ ਮੇਰੇ ਬਾਪੂ ਆਉਂਦਾ। ਹਾਂ ਆ ਜੀ, ਕਿਤੇ ਠੇਕੇ ਤੇ ਨਾ ਚੱਲ ਜੀ। ਉਹ ਆਪਾਂ ਠੇਕੇ ਤੇ ਨਹੀਂ ਜਾਂਦੇ, ਪਾਪਾ ਦਾਰੂ ਛੱਡਤੀ। ਕਰੇ ਕੱਢੀ ਦੀ। ਠੀਕ ਹੈ, ਚੱਲ ਮਾਸਟਰ ਨੂੰ ਕਹਿ ਦੀ ਆਜੂ ਮੇਰੇ ਬਾਪੂ। ਠੀਕ ਆ। ਬਸ ਫੇਰ ਕੀ ਸੀ, ਮੇਰੇ ਬਾਪੂ ਜੀ ਮੇਰੇ ਪਿੱਛੇ ਪਿੱਛੇ ਮੇਰੇ ਸਕੂਲ ਦੇ ਵਿੱਚ ਆ ਗਏ। ਮੇਰੇ ਮਾਸਟਰ ਜੀ ਨੇ ਮੇਰੇ ਬਾਪੂ ਜੀ ਕੋਲ ਮੇਰੀ ਸ਼ਿਕਾਇਤ ਲਾਤੀ ਤੇ ਮੇਰੇ ਬਾਪੂ ਜੀ ਨੇ ਮੈਨੂੰ ਸਾਰੇ ਸਕੂਲ ਦੇ ਸਾਹਮਣੇ ਬੱਕਰੇ ਵਾਂਗੂ ਢਾਲਿਆ। ਨਾਲੇ ਮੇਰੇ ਮਾਸਟਰ ਜੀ ਨੂੰ ਕਹਿ ਗਏ ਵੀ ਜੇ ਕਿਤੇ ਸਾਡਾ ਜਵਾਕ ਨਾ ਪੜੇ ਤਾਂ ਢਾਲੋ, ਕੋਈ ਇਲਤਬਾਜ਼ੀ ਕਰੇ ਤਾਂ ਢਾਲੋ, ਕੋਈ ਸ਼ਰਾਰਤ ਕਰੇ ਤਾਂ ਢਾਲੋ। ਪਰ ਦੇਖਦੇ ਕਿਉਂ ਡਾਕਟਰ ਦੀ ਦਵਾਈ ਵਾਂਗੂ 3 ਟਾਈਮ ਕੱਟ ਪੈਂਦੀ ਰਹੀ। ਸਕੂਲ ਆਉਣ ਤੋਂ ਬਾਅਦ, ਅੱਡੀ ਛੁੱਟੀ ਵੇਲੇ ਤੇ ਸਕੂਲ ਛੱਡਣ ਤੋਂ ਪਹਿਲਾਂ। ਪਰ ਯਕੀਨ ਮੰਨਿਓ, ਉਹ ਮੇਰੇ ਮਾਸਟਰ ਜੀ ਦੀ ਕੁੱਟ ਸੀ, ਮੇਰੇ ਮਾਂ-ਬਾਪ ਦੀ ਘੂਰ ਸੀ, ਜਿਹੜੀ ਅੱਜ ਮੈਨੂੰ ਇਸ ਮੁਕਾਮ ਤੇ ਪਹੁੰਚਾ ਗਈ, ਜਿਹੜੀ ਅੱਜ ਮੈਨੂੰ ਇੱਥੇ ਖੜ ਕੇ ਤੁਹਾਡੇ ਸਾਹਮਣੇ ਬੋਲਣਾ ਸਿਖਾ ਗਈ, ਜਿਹੜੀ ਅੱਜ ਮੈਨੂੰ ਸਾਹਮਣੇ ਬੈਠੇ ਬੰਦੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨਾ ਸਿਖਾ ਗਈ। ਉਹ ਮੇਰੇ ਮਾਸਟਰ ਜੀ ਦੀ ਕੁੱਟ ਸੀ ਤੇ ਮੇਰੇ ਮਾਂ-ਬਾਪ ਦੀ ਘੂਰ ਸੀ। ਪਰ ਅੱਜ ਕੱਲ੍ਹ ਉਹ ਵੇਲੇ ਨਹੀਂ ਰਹੇ ਬਈ। ਅੱਜ ਕੱਲ੍ਹ ਤਾਂ ਜੇ ਕਿਤੇ ਕੋਈ ਕਾਲਜ ਦਾ ਪ੍ਰੋਫੈਸਰ, ਕਾਲਜ ਤਾਂ ਬਹੁਤ ਦੂਰ ਦੀ ਗੱਲ ਆ, ਜੇ ਕਿਤੇ ਕੋਈ ਸਕੂਲ ਦਾ ਟੀਚਰ ਕਿਸੇ 9ਵੀਂ 10ਵੀਂ 11ਵੀਂ 12ਵੀਂ ਦੇ ਜਵਾਕ ਨੂੰ ਹੱਥ ਲਾ ਦੇ, ਪਹਿਲੀ ਗੱਲ ਤਾਂ ਗੱਲ ਘਰ ਤੱਕ ਜਾਂਦੀ ਨਹੀਂ, ਉਹ ਆਪ ਹੀ ਟਾਈਮ ਪਾ ਲੈਂਦੇ ਆ। ਹੈਲੋ
ਮੁੰਡੀ ਕਾਲੀ ਚੁੰਡੀ ਮੁੰਡੀ ਕਿੱਥੇ ਆ ਓਏ ਓ ਮੈਥ ਵਾਲੇ ਮਾਸਟਰ ਨੇ ਤੇਰੇ ਭਰਾ ਦੇ ਹੱਥ ਲਾਦਾ ਯਾਰ ਹਾਂ ਅੱਜ ਤਾਂ ਸੈਂਤੜਾ ਕੌਚੜਾ ਸਾਰੇ ਇਕੱਠੇ ਕਰ ਦੇਣੇ ਆ ਹਾਂ ਆ ਖਾਡ ਵਾਲੀ ਸੜਕ ਤੇ ਜਾਂਦਾ ਹੁੰਦਾ ਹਾਂ ਕਿਰਚਾਂ ਚਲਾਣਾ ਬਾਬੇ ਕਿਰਚਾਂ ਆ ਹਾਲ ਹੈ ਕਿਉਂਕਿ ਸੱਤਵੀਂ 11ਵੀਂ 12ਵੀਂ ਵਾਲੇ ਬੱਚਿਆਂ ਦਾ ਮੈਂ ਅਸੀਂ ਸਕੂਲਾਂ ਦੇ ਵਿੱਚ ਜਾਂਦੇ ਨੇ ਰਿਐਲਿਟੀ ਇਹ ਸੱਚਾਈ ਹੈ ਸਾਡੇ ਸਕੂਲਾਂ ਦੀ ਆ ਹਾਲ ਹੈ ਇਹ ਤਾਂ ਚਲੋ 9ਵੀਂ 10ਵੀਂ 11ਵੀਂ 12ਵੀਂ ਵਾਲੇ ਬੱਚਿਆਂ ਦਾ ਹਾਲ ਹੈ ਬਾਏ ਚਾਂਸ ਕਿਸੇ ਟੀਚਰ ਨੇ ਕਿਸੇ ਚੌਥੀ ਪੰਜਵੀਂ ਦੇ ਜਵਾਕ ਨੂੰ ਕੁਝ ਕਹਿਤਾ ਉਹਨੂੰ ਮਾੜਾ ਜਿਹਾ ਘੂਰਦਾ ਮੰਨ ਲਓ ਬੱਚੇ ਦਾ ਚਿੰਟੂ ਹੈ ਉਹਨੂੰ ਮਾੜਾ ਜਿਹਾ ਕੁਝ ਕਹਿਤਾ ਗੱਲ ਘਰ ਤੱਕ ਪਹੁੰਚ ਗਈ ਤਾਂ ਯਕੀਨ ਮੰਨਿਓ ਡੈਡੀ ਛੱਡੋ ਮੰਮੀ ਪਹਿਲਾਂ ਆ ਜਾਂਦੀ ਹੈ ਓਏ ਤੁਹਾਡਾ ਟਿੱਟੂ ਮਾਰਦਾ ਓਏ ਤੁਹਾਡਾ ਟਿੱਟੂ ਮਾਰਦਾ ਓਏ ਤੁਹਾਡਾ ਟਿੱਟੂ ਮਾਰਦਾ ਮਾਸਟਰ ਜੀ ਤੁਸੀਂ ਆ ਹਾਂਜੀ ਮਾਸਟਰ ਜੀ ਤੁਸੀਂ ਆ ਨਹੀਂ ਮੈਂ ਪੱਖੇ ਠੀਕ ਕਰਨ ਆਇਆ ਆਹ ਮੈਨੂੰ ਮਾਸਟਰਾਂ ਨੂੰ ਦੱਸੋ ਤੁਸੀਂ ਸਾਡੇ ਚਿੱਟੂ ਨੂੰ ਕਿਉਂ ਕੁੱਟਿਆ ਇਹ ਤੁਸੀਂ ਕਾਹਨ ਗਲਤ ਕੀਤਾ ਹਾਂ ਤੁਸੀਂ ਸਾਡੇ ਚਿੱਟੂ ਨੂੰ ਕਿਉਂ ਕੁੱਟਿਆ ਭੈਣ ਜੀ ਮੇਰੀ ਗੱਲ ਇਹ ਤੁਸੀਂ ਬਹੁਤ ਗਲਤ ਕੀਤਾ ਹਾਂ ਭੈਣ ਜੀ ਤੁਸੀਂ ਮੇਰੀ ਸਾਡੇ ਚਿੱਟੂ ਨੂੰ ਕਿਉਂ ਕੁੱਟਿਆ ਭੈਣ ਜੀ ਮੇਰੀ ਇਹ ਗੱਲ ਤੁਸੀਂ ਬਹੁਤ ਗਲਤ ਕੀਤਾ ਭੈਣ ਜੀ ਮੇਰੀ ਗੱਲ ਤਾਂ ਸੁਣੋ ਹਾਂਜੀ ਤੁਸੀਂ ਚਿੰਟੂ ਦੇ ਮੰਮੀ ਹੋ ਹਾਂ ਇਹ ਤੁਸੀਂ ਬਹੁਤ ਗਲਤ ਕੀਤਾ ਹੈ ਹਾਂ ਹੁਣ ਦੱਸੋ ਤੁਸੀਂ ਸਾਡੇ ਚਿੱਟੂ ਨੂੰ ਕੁੱਟਿਆ ਤੇ ਕੁੱਟਿਆ ਕਿਉਂ ਭੈਣ ਜੀ ਕੁੱਟੀ ਇਹਨਾਂ ਦਾ ਹੋਰ ਕੀ ਕਰੀਏ ਤੁਹਾਡਾ ਚਿੰਟੂ ਪੜਦੇ ਹੀ ਅਸੀਂ ਪੜਾਉਣਾ ਹੀ ਨਹੀਂ ਕੀ ਮਤਲਬ ਮਤਲਬ ਸਾਡਾ ਚਿੰਟੂ 17.5 ਬੈਂਡ ਲੈ ਕੇ ਜਾਊਗਾ ਕੈਨੇਡਾ ਸਾਢੇ 17 ਭੈਣ ਜੀ ਰੱਬ ਦਾ ਵਾਸਤਾ ਮਿੰਟ ਵਾਲੀ ਗੱਲ ਆ ਬੈਂਡ ਥੋੜੇ ਜਿਹਾ ਘੱਟ ਕਰ ਲਓ ਸਾਡਾ ਚਿੰਟੂ ਕੁਝ ਵੀ ਕਰ ਸਕਦਾ 17.5 18.5 19 ਕੁਝ ਵੀ ਲੈ ਸਕਦਾ ਉਹ ਮੇਰਾ ਮਤਲਬ ਜਾਊਗਾ ਕਾਹਦੇ ਤੇ ਜਹਾਜ਼ ਤੇ ਜਾਊ ਸਾਈਕਲ ਤੇ ਜਾਊ ਉਹ ਮੇਰਾ ਮਤਲਬ ਜਾਊਗਾ ਕਿਵੇਂ ਮਾਸਟਰ ਜੀ ਉਰਿਆ ਹਾਂਜੀ ਆ ਕੀ ਹੈ ਹੱਥ ਹੈ ਉਹ ਜਹਾਜ਼ ਹੈ ਇੱਕ ਮਿੰਟ ਦੁਬਾਰਾ ਦੇਖੋ ਆ ਕੀ ਹੈ ਇਹ ਜੀ ਜਹਾਜ਼ ਹੈ ਉਹ ਹੱਥ ਹੈ ਕੀ ਕਰ ਰਹੇ ਹੋ ਮਾਸਟਰ ਜੀ ਇੱਕ ਮਿੰਟ ਦੁਬਾਰਾ ਦੇਖੋ ਇਹ ਕੀ ਹੈ ਇਹ ਜੀ ਹੱਥ ਵਾਲਾ ਜਹਾਜ਼ ਹੈ ਬਿਲਕੁਲ ਸਹੀ ਬਿਲਕੁਲ ਸਹੀ ਹਾਂਜੀ ਆ ਸਾਡੇ ਚਿੰਟੂ ਬੈਠਾ ਬਾਵੇ ਵੱਲੋਂ ਚਿੰਟੂ ਇਹਨੂੰ ਦਵਾਈ ਦਵਾ ਦਿਓ ਉਲਟੀ ਨਾ ਆ ਜਾਏਗੀ ਉਹ ਸਾਡਾ ਚਿੰਟੂ ਹੈ ਕੁਝ ਨਹੀਂ ਹੋਣ ਲੱਗਿਆ ਮੈਂ ਹੈਗੀ ਨਾ ਕੇਅਰ ਕਰਨ ਵਾਸਤੇ ਠੀਕ ਹੈ ਜੀ ਚਿੰਟੂ ਬਾਏ ਬਾਏ ਬੋਲੋ ਚਿੰਟੂ ਬਾਏ ਚਿੰਟੂ ਮਾਸਟਰ ਜੀ ਸਾਈਡ ਤੋਂ ਹੋ ਜੂ ਉੱਤੇ ਡਿੱਗ ਜੂ ਬਾਏ ਚਿੰਟੂ ਆ ਸਾਡਾ ਚਿੰਟੂ ਪਹੁੰਚ ਗਿਆ ਕੈਨੇਡਾ ਪਹੁੰਚ ਗਿਆ ਜੀ ਆਹ ਦੇਖ ਲਓ ਦੁਨੀਆ ਦਾ ਪਹਿਲਾ ਜਹਾਜ਼ ਹੈ ਜਿਹੜਾ ਚੜਿਆ ਬਾਅਦ ਚ ਉੱਪਰ ਪਹਿਲਾਂ ਗਿਆ ਸਾਡਾ ਜਹਾਜ਼ ਹੈ ਕੁਝ ਵੀ ਹੋ ਸਕਦਾ ਸਾਡੇ ਕੋਲ ਵੱਡੀ ਵੱਡੀ ਕੋਠੀਆਂ ਵੱਡੀ ਵੱਡੀ ਕਾਰ ਹੈ ਕਿੱਡੀ ਕੁ ਵੱਡੀ ਕਾਰ ਹੈ ਜੀ ਆਪਣੇ ਕੋਲੇ ਸਾਡੇ ਕੋਲ ਸੈਂਟਰੋ ਸੈਂਟਰੋਂ ਵੱਡੀ ਗੱਡੀ ਮੈਨੂੰ ਅੱਜ ਪਤਾ ਲੱਗਿਆ ਜੀ ਨੈਣੋ ਤੋਂ ਤਾਂ ਵੱਡੀ ਹੁੰਦੀ ਹੈ ਚਲੋ ਕੁਛ ਵੀ ਆ ਭੈਣ ਜੀ ਕਿਰਪਾ ਕਰਕੇ ਹੁਣ ਤੁਸੀਂ ਜਾਓ ਹਾਂ ਮਾਸਟਰ ਦੀ ਗੱਲ ਸੁਣ ਲਓ ਹਾਂਜੀ ਜੇ ਅੱਜ ਤੋਂ ਬਾਅਦ ਸਾਡੇ ਚਿੰਟੂ ਨੂੰ ਮਾਰਿਆ ਜਾਂ ਕੁੱਟਿਆ ਜਾਂ ਇਦਾਂ ਹੱਥ ਵੀ ਲਾਇਆ ਨਾ ਤੁਹਾਡੇ ਤੇ ਕੇਸ ਕਰਾ ਦਾਂਗੇ ਤੁਸੀਂ ਜਾਣਦੇ ਨਹੀਂ ਮੇਰੀ ਪਹੁੰਚ ਕਿੱਥੋਂ ਤੱਕ ਹੈ ਕਿੱਥੋਂ ਤੱਕ ਆ ਜੀ ਉੱਥੋਂ ਤੱਕ ਉਹ ਭੈਣ ਜੀ ਤੁਹਾਡੀ ਪਹੁੰਚ ਜਿੱਥੋਂ ਤੱਕ ਮਰਜ਼ੀ ਹੋਵੇ ਅਸੀਂ ਤੁਹਾਡੇ ਚਿੰਟੂ ਨੂੰ ਅੱਜ ਤੋਂ ਬਾਅਦ ਕੁਝ ਨਹੀਂ ਕਹਿੰਦੇ ਪਲੀਜ਼ ਕਿਰਪਾ ਕਰਕੇ ਹੁਣ ਤੁਸੀਂ ਜਾਓ ਹਾਂ ਮੈਂ ਜਾ ਰਹੀ ਹਾਂ ਮੇਰੇ ਬਿਊਟੀ ਪਾਰਲਰ ਦਾ ਟਾਈਮ ਹੋ ਗਿਆ ਹਾਂ ਮੈਂ ਵੀ ਦਾੜੀ ਵਾਲੀ ਮੰਮੀ ਪਹਿਲੀ ਵਾਰੀ ਦੇਖੀ ਹੈ ਤੇ ਆਹ ਹਾਲ ਹੈ ਸਾਡੇ ਸਕੂਲਾਂ ਦਾ ਅੱਜ ਕੱਲ ਸਾਡੇ ਪੇਰੈਂਟਸ ਦਾ ਤੇ ਇਹ ਸੱਚਾਈ ਆ ਇਹ ਰਿਐਲਿਟੀ ਆ ਮੈਨੂੰ ਇੱਕ ਗੱਲ ਦੱਸੋ ਯਾਰ ਇਹ ਦੇਸ਼ ਦਾ ਕੀ ਮੁੱਕਿਆ ਗਿਆ ਉਹ ਦੇਸ਼ ਦੀ ਸਵਾਹ ਤਰੱਕੀ ਕਰੂਗਾ ਯਾਰ ਖੁਦ ਸੋਚੋ ਯਾਰ ਇਹ ਮੇਰਾ ਸਵਾਲ ਹੈ ਅਗਲਾ ਜਿਹੜਾ ਮੈਂ ਤੁਹਾਡੇ ਤੇ ਛੱਡ ਕੇ ਜਾ ਰਿਹਾ ਜਵਾਬ ਨਹੀਂ ਤੁਹਾਨੂੰ ਕੋਈ ਦੇਣਾ ਜਵਾਬ ਤੁਸੀਂ ਆਪਣੇ ਆਪ ਲੱਭਣਾ ਹੈ, ਕਿਉਂਕਿ ਤੁਸੀਂ ਸਾਰਿਆਂ ਨੇ ਪੜ੍ਹ ਲਿਖ ਕੇ ਵੱਡੇ ਅਫਸਰ ਬਣਨਾ ਹੈ, ਕਿਸੇ ਨੇ ਡਾਕਟਰ ਬਣਨਾ, ਕਿਸੇ ਨੇ ਇੰਸਪੈਕਟਰ ਬਣਨਾ, ਸਾਰਿਆਂ ਨੇ ਵੱਡੀਆਂ ਵੱਡੀਆਂ ਕੁਰਸੀਆਂ ਤੇ ਬੈਠਣਾ। ਇਹ ਮੈਂ ਸਵਾਲ ਤੁਹਾਡੇ ਤੇ ਛੱਡ ਕੇ ਜਾ ਰਿਹਾ। ਖੈਰ ਮੈਂ ਆਪਣੀ ਗੱਲ ਤੇ ਆਉਣਾ। 8ਵੀਂ ਕਲਾਸ ਤੋਂ ਬਾਅਦ ਮੈਂ 10ਵੀਂ ਕਲਾਸ ਦੇ ਵਿੱਚ ਹੋਇਆ ਤੇ ਉਸ ਸਾਲ ਮੈਂ ਬਿਮਾਰ ਹੋ ਗਿਆ ਤੇ ਮੈਂ ਪੇਪਰ ਨਹੀਂ ਦੇ ਸਕਿਆ ਤੇ ਮੈਂ ਫੇਲ ਹੋ ਗਿਆ। ਮੈਂ ਫੇਲ ਹੋਇਆ, ਮੇਰੇ ਨਾਲ ਦੇ ਅੱਗੇ ਚੱਲ ਗਏ, ਮੈਨੂੰ ਆਪਣੇ ਆਪ ਤੋਂ ਨਾ ਘਿਣਜੀ ਆਉਣ ਲੱਗ ਗਈ। ਮੈਂ ਨਾ ਆਤਮ ਹੱਤਿਆ ਕਰਨ ਬਾਰੇ ਸੋਚਿਆ, ਪਰ ਮੇਰੇ ਮਾਸਟਰ ਜੀ ਨੇ ਮੇਰਾ ਹੱਥ ਫੜਿਆ, ਉਹਨਾਂ ਨੇ ਮੈਨੂੰ ਸਮਝਾਇਆ, ਕਹਿੰਦੇ ਸਰਵਣ ਪੁੱਤ ਮਰਨਾ ਕਿਸੇ ਗੱਲ ਦਾ ਹੱਲ ਨਹੀਂ ਹੁੰਦਾ। ਫਿਰ ਕਿਹਾ ਜਦੋਂ ਫੇਲ ਹੋ ਗਿਆ ਤੇਰਾ ਕਸੂਰ ਥੋੜੀ ਸੀ, ਤੂੰ ਅਗਲੇ ਸਾਲ ਦਾਖਲਾ ਕਰਾ ਤੇ ਚੰਗੇ ਨੰਬਰ ਲੈ ਕੇ ਪਾਸ ਹੋ। ਮੈਂ ਮਾਸਟਰ ਜੀ ਦੀ ਗੱਲ ਮੰਨੀ, ਅਗਲੇ ਸਾਲ ਮੈਂ ਐਡਮਿਸ਼ਨ ਕਰਾਈ, ਦਾਖਲਾ ਕਰਾਇਆ। ਉਸ ਸਾਲ ਮੈਂ ਇੰਨੀ ਮਿਹਨਤ ਇੰਨੀ ਸ਼ਿੱਦਤ ਨਾਲ ਪੜ੍ਹਾਈ ਕੀਤੀ, ਇੰਨੀ ਮਿਹਨਤ ਇੰਨੀ ਸ਼ਿੱਦਤ ਨਾਲ ਪੜ੍ਹਾਈ ਕੀਤੀ ਕਿ ਪੂਰੇ ਸਕੂਲ ਦੇ ਵਿੱਚੋਂ ਫਸਟ ਪੋਜੀਸ਼ਨ ਹਾਸਲ ਕੀਤੀ। ਮੇਰੇ ਮਾਸਟਰ ਜੀ ਮੇਰੇ ਤੋਂ ਬਹੁਤ ਜ਼ਿਆਦਾ ਖੁਸ਼ ਹੋਏ। ਇਸੇ ਤਰ੍ਹਾਂ ਮੈਂ ਜਦੋਂ ਮੈਂ +1 ਕਲਾਸ 'ਚ ਆਇਆ, +1 ਕਲਾਸ ਤੋਂ ਵੀ ਮੈਂ ਚੰਗੇ ਨੰਬਰ ਲੈ ਕੇ ਪਾਸ ਹੋਇਆ। ਜਦੋਂ ਮੈਂ +2 ਕਲਾਸ ਦੇ ਵਿੱਚ ਹੋਇਆ, +2 ਕਲਾਸ 'ਚ ਵੀ ਮੈਂ ਪੂਰੇ ਸਕੂਲ ਦੇ ਵਿੱਚੋਂ ਸੈਕੰਡ ਪੋਜੀਸ਼ਨ ਹਾਸਲ ਕੀਤੀ। ਮੇਰੇ ਮਾਸਟਰ ਜੀ ਮੇਰੇ ਤੋਂ ਬਹੁਤ ਜ਼ਿਆਦਾ ਖੁਸ਼ ਹੋਏ। ਉਹਨਾਂ ਨੇ ਮੈਨੂੰ ਖੁਸ਼ ਹੋ ਕੇ ਇੱਕ ਤੋਹਫਾ ਦਿੱਤਾ। ਉਹ ਤੋਹਫਾ ਜਦ ਮੈਂ ਘਰ ਜਾ ਕੇ ਖੋਲ੍ਹਿਆ, ਉਹਦੇ ਵਿੱਚ ਇੱਕ ਬੜੀ ਪਿਆਰੀ ਸ਼ਰਟ ਨਿਕਲੀ। ਸ਼ਰਟ ਜਦੋਂ ਮੈਂ ਘਰ ਜਾ ਕੇ ਪਾਈ ਤਾਂ ਮੇਰੇ ਖੁੱਲੀ ਸੀ।
ਮੈਂ ਮੇਰੇ ਬਾਪੂ ਜੀ ਨੂੰ ਆਖਿਆ, ਮੈਂ ਕਿਹਾ ਬਾਪੂ ਜੀ ਮੇਰੇ ਮਾਸਟਰ ਜੀ ਨੇ ਮੈਨੂੰ ਇੱਕ ਤੋਹਫਾ ਇੱਕ ਸ਼ਰਟ ਦਿੱਤੀ ਆ, ਉਹ ਮੇਰੇ ਖੁੱਲੀ ਆ ਵੀ ਮੈਂ ਕਿਸੇ ਬੱਚੇ ਨੂੰ ਹੋਰ ਦੇ ਦੇਣਾ ਜਾਂ ਮੈਂ ਮਾਸਟਰ ਜੀ ਨੂੰ ਵਾਪਸ ਕਰ ਆਉਣਾ, ਜਿਸ ਕਿਸੇ ਬੱਚੇ ਦੇ ਆਉਂਦੀ ਹੋਈ ਉਹਨੂੰ ਦੇ ਦੇਣਗੇ। ਮੇਰੇ ਬਾਪੂ ਜੀ ਨੇ ਮੈਨੂੰ ਬੜੇ ਪਿਆਰ ਨਾਲ ਸਮਝਾਇਆ, ਕਹਿੰਦੇ ਦੇਖ ਸਰਵਣ ਪੁੱਤ, ਕਿਸੇ ਦਾ ਦਿੱਤਾ ਹੋਇਆ ਤੋਹਫਾ ਕਦੇ ਅੱਗੇ ਨਹੀਂ ਦੇਗਾ, ਜਦੋਂ ਸ਼ਰਟ ਤੇਰੇ ਆਉਣ ਲੱਗੀ ਤੂੰ ਉਦੋਂ ਪਾ ਲਈ। ਚਲੋ ਮੈਂ ਬਾਪੂ ਜੀ ਦੀ ਗੱਲ ਮੰਨੀ, ਸ਼ਰਟ ਮੈਂ ਤੈਅ ਕਰਕੇ ਮੈਂ ਟਰੰਕ ਦੇ ਵਿੱਚ ਰੱਖਦੀ। ਟਰੰਕ ਕੀ ਬਹੁਤੀ ਪੁਰਾਣੀ ਚੀਜ਼ ਨਹੀਂ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਟਰੰਕ ਹੈ ਨਾ। ਚਲੋ ਉਸ ਤੋਂ ਬਾਅਦ ਮੈਂ BA ਕੀਤੀ, MA ਕੀਤੀ, PhD ਕੀਤੀ, ਲਗਭਗ ਸਾਰੀਆਂ ਡਿਗਰੀਆਂ ਚੰਗੇ ਨੰਬਰਾਂ ਤੇ ਹਾਸਲ ਕਰ ਲਈਆਂ ਤੇ ਆਖਿਰਕਾਰ ਉਹ ਦਿਨ ਵੀ ਆ ਗਿਆ ਜਿਸ ਦਿਨ ਮੈਂ ਇੰਟਰਵਿਊ ਤੇ ਜਾਣਾ ਸੀ। ਹੁਣ ਤੁਸੀਂ ਸਾਰੇ ਲੱਗਦਾ ਥੋੜਾ ਜਿਹਾ ਬੋਰ ਹੋ ਗਏ, ਤੁਹਾਨੂੰ ਨਾਲ ਨਾਲ ਹਸਾਉਣਾ ਵੀ ਬਹੁਤ ਜ਼ਰੂਰੀ ਆ। ਯਾਦ ਰੱਖਿਓ ਇੰਟਰਵਿਊ ਦੀ ਗੱਲ ਆਪਾਂ ਇੱਥੇ ਹੀ ਚੱਕਾਂਗੇ, ਠੀਕ ਆ? ਇੰਟਰਵਿਊ ਦੀ ਗੱਲ ਆਪਾਂ ਇੱਥੇ ਹੀ ਚੱਕਾਂਗੇ। ਇੱਕ ਤੁਹਾਨੂੰ ਛੋਟਾ ਜਿਹਾ ਕਿੱਸਾ ਸੁਣਾਉਣਾ। ਕਹਿੰਦੇ ਜ਼ਿੰਦਗੀ 'ਚ ਨਾ ਹਰੇਕ ਦਾ ਇੱਕ ਪੱਕਾ ਦੋਸਤ ਜ਼ਰੂਰ ਹੁੰਦਾ, ਜਿਵੇਂ ਮੁੰਡਿਆਂ ਦਾ ਇੱਕ ਪੱਕਾ ਆੜੀ ਜ਼ਰੂਰ ਹੁੰਦਾ, ਉਹ ਵੀ ਕੁੜੀਆਂ ਦੀ ਇੱਕ ਪੱਕੀ ਸਹੇਲੀ ਜ਼ਰੂਰ ਹੁੰਦੀ ਹੈ, ਇੱਕ ਨਾ ਇੱਕ ਪੱਕੀ ਸਹੇਲੀ ਹੁੰਦੀ ਹੈ। ਹੁਣ ਸਾਰਾ ਕੁਝ ਪਤਾ ਹੁੰਦਾ ਨਹੀਂ, ਅੱਜ ਸਾਡੇ ਘਰੇ ਕੀ ਬਣਿਆ, ਅੱਜ ਸਾਡੇ ਘਰੇ ਨਾ ਕੱਦੂ ਬਣਿਆ, ਕੱਦੂ ਦਾ ਮੈਂ ਖਾਂਦੀ ਹੀ ਨਹੀਂ, ਮੈਂ ਗੋਭੀ ਖਾਂਦੀ ਹਾਂ। ਮਤਲਬ ਇਹ ਜ਼ਰੂਰੀ ਆ, ਇੱਕ ਪੱਕਾ ਦੋਸਤ ਹੋਣਾ ਜ਼ਿੰਦਗੀ 'ਚ ਬਹੁਤ ਜ਼ਰੂਰੀ ਆ। ਉਵੇਂ ਤੁਹਾਡੇ ਸਾਰਿਆਂ ਵਾਂਗ ਮੇਰਾ ਵੀ ਇੱਕ ਪੱਕਾ ਆੜੀ ਹੁੰਦਾ ਸੀ, ਭੋਲਾ। ਭੋਲੇ ਦੀ ਆਪਣੇ ਸਾਰਿਆਂ ਵਾਂਗ, ਤੁਹਾਡੇ ਸਾਰਿਆਂ ਵਾਂਗ ਇੱਕ ਬਹੁਤ ਮਾੜੀ ਆਦਤ ਹੁੰਦੀ ਸੀ, ਪੁੱਛੋ ਕਿਹੜੀ? ਨਕਲ ਮਾਰਨ ਦੀ। ਮੈਂ ਐਗਜ਼ਾਮੀਨੇਸ਼ਨ ਹਾਲ 'ਚ ਪੇਪਰ ਕਰੀ ਜਾਂਦਾ ਸੀ, ਭੋਲਾ ਮੈਨੂੰ ਵਾਰ-ਵਾਰ ਪਿੱਛੋਂ ਤੰਗ ਕਰੀ ਜਾਂਦਾ ਸੀ, ਕਹਿੰਦਾ ਮੈਨੂੰ ਪੇਪਰ ਕਰਾ। ਸੂਬੇ ਹਾਂ ਕਿਵੇਂ ਆ? ਠੀਕ ਆ। ਪੇਪਰ ਕਰਾਏਗਾ ਨਾ? ਨਾ ਵੀਰੇ ਨਾ, ਆਪਦਾ ਪੜ੍ਹ ਕੇ ਆਇਆ ਕਰੋ। ਯਾਰ ਪੜ ਕੇ ਤਾਂ ਆਇਆ ਸੀ, ਫੇਰ ਭੁੱਲ ਗਿਆ। ਯਾਰ ਹਾਂ। ਮੇਰੀ ਨਾ ਬੇਬੇ ਕਹਿੰਦੀ ਸੀ ਹਾਂ। ਤੂੰ ਨਾ ਦਹੀਂ ਖਾ ਕੇ ਜਾਈ, ਹਾਂ। ਸਾਰਾ ਪੇਪਰ ਆਊਗਾ। ਫੇਰ ਓਏ ਮੈਂ ਸਾਰੀ ਰਾਤ ਦਹੀਂ ਖਾਂਦਾ ਰਿਹਾ। ਹੋਰ ਕੀ ਆਉਂਦਾ? ਖੱਟਾ ਕਰਕੇ ਢਾਲ ਹੋ ਗਿਆ। ਚੁੱਪ ਕਰ ਲੈ, ਚੁੱਪ ਕਰਕੇ। ਸੂਬੇ ਹਾਂ ਆ ਕੀ ਕਹਿੰਦੇ? ਕੀ ਕਹਿੰਦੇ ਓਏ? ਕਹਿੰਦੇ ਸਾਰੇ ਪ੍ਰੈਸ਼ਰ ਕਰਨੇ ਜ਼ਰੂਰੀ ਹੈ, ਹਾਂ ਉੱਤਰ ਨਹੀਂ ਕਰਨੇ। ਸੂਬੇ ਹਾਂ ਦੂਜਾ ਕਰਾ ਦੇ ਯਾਰ। ਵੀਰੇ ਆਪਾਂ ਜਮਾ ਨਹੀਂ ਕਰਾਉਂਦੇ ਨਾ, ਪੱਕਾ ਨਾ ਵੀਰੇ ਜਮਾ ਹੀ ਨਹੀਂ। ਮਰੁੰਡਾ ਖਾਉਂ ਗਰੀ ਵਾਲਾ। ਮਰਿੰਡਾ ਹਾਂ ਤੇਰੀ ਸੌ ਪੱਕਾ ਮੁੰਡਾ। ਹਾਂ ਬਾਹਰ ਰੇਡੀ ਨਾਲ ਖੜਾ, ਦੋ ਲੈ ਕੇ ਠੀਕ ਆ? ਛੇਤੀ ਕਰ ਲਾ ਪੇਪਰ ਤੇ। ਮੇਰੇ ਕੋਲੇ ਨਾਲੇ ਇਹ ਕੋੜਾ, ਮੇਰੇ ਕੋਲੇ ਕੰਮ ਠੀਕ ਹੋਣਾ, ਬੋਲ ਕੇ ਪੂਰਾ ਬੋਲ ਕੇ। ਹਾਂ ਯਾਰ ਆ ਕਹਿੰਦੇ ਪ੍ਰਧਾਨ ਮੰਤਰੀ ਦਾ ਜਨਮ ਕਿਉਂ ਹੋਇਆ ਸੀ? ਉਹ ਸੱਚੀ ਲਿਖਿਆ ਕਹਿੰਦੇ ਕਿਉਂ ਹੋਇਆ ਸੀ? ਕਿਉਂ ਹੋਇਆ ਸੀ? ਹਾਂ ਲਿਖਿਆ ਖਿਆਲਾਂ ਨੂੰ ਤੰਗ ਕਰਨ ਹੋਇਆ ਸੀ। ਕਿਸਾਨਾਂ ਨੂੰ ਤੰਗ ਕਰਨ ਵਾਸਤੇ। ਹਾਂ ਛੇਤੀ ਕਰ ਲੈ ਯਾਰ। ਓਏ ਹਾਂ ਯਾਰ ਇੱਕ ਹੋਰ ਦੱਸ ਦੇ, ਛੇਤੀ ਪੁੱਛ ਲਾ। ਤਾਜ ਮਹਿਲ ਕਿੰਨੇ ਬਣਵਾਇਆ ਸੀ? ਸ਼ਾਹਜਹਾਂ ਨੇ। ਸ਼ਾਹਜਹਾਨ ਮਿਸਰੀ ਸੀ। ਬਣਵਾਤਾ ਸੀ। ਮੁਮਤਾਜ ਚਾਚੇ ਦਾ ਮੁੰਡਾ ਸੀ। ਕੀ ਹੈ? ਕੀ ਹੈ? ਮਾਸਟਰ ਜੀ ਟੀਚਰ ਆਪਾਂ ਨੂੰ ਰੋਜ਼ ਸਮਝਾਉਂਦੇ ਆ ਕਿ ਰਿਸ਼ਤਾ ਕੋਈ ਵੀ ਹੋਵੇ ਸੱਚਾ ਹੋਣਾ ਚਾਹੀਦਾ। ਇਹ ਮਾਂ ਪੁੱਤ ਦਾ, ਪਿਓ ਧੀ ਦਾ, ਪਤੀ ਪਤਨੀ ਦਾ, ਚਾਹੇ ਭੈਣ ਭਰਾ ਦਾ, ਚਾਹੇ ਕੋਈ ਦੋਸਤ ਮਿੱਤਰ ਦਾ, ਚਾਹੇ ਸਾਡਾ ਕੋਈ ਰਿਲੇਸ਼ਨ ਹੈ, ਰਿਸ਼ਤੇ 'ਚ ਸੱਚਾਈ ਹੋਣੀ ਚਾਹੀਦੀ ਹੈ, ਪਵਿੱਤਰਤਾ ਹੋਣੀ ਚਾਹੀਦੀ ਹੈ। ਪੇਪਰ ਕਰ ਲਾ। ਸੂਬੇ ਹਾਂ ਯਾਰ ਮੈਂ ਸੁਣਿਆ ਸੀ ਹਾਂ ਬਈ ਇਹਨੇ ਜਦੋਂ ਤਾਜ ਮਹਿਲ ਬਣਵਾਇਆ ਸੀ ਹਾਂ। ਤੇ ਸਾਰੇ ਮਿਸਰ ਹੱਥ ਕੱਟਦੇ ਸੀ। ਹਾਂ ਮੇਰੇ ਵੀ ਕੱਟ ਦੇਣਗੇ। ਅੱਛਾ ਯਾਰ ਛੇਤੀ ਕਰ ਲਾ। ਸੂਬੇ ਹਾਂ ਯਾਰ ਮੈਨੂੰ ਗੱਲ ਸਮਝ ਨਹੀਂ ਆਉਂਦੀ। ਤੈਨੂੰ ਕੋਈ ਨਹੀਂ ਆਉਂਦੀ। ਉਹ ਸੁਣਦਾ ਲਾ ਛੇਤੀ ਬੋਲ। ਵੀ ਜਿਹੜਾ ਬੰਦਾ ਜਿਹੜੀ ਚੀਜ਼ ਬਣਾਉਂਦਾ ਹਾਂ ਉਹ ਹੁੰਦੀ ਕਿਉਂ ਨਹੀਂ ਹੁੰਦੀ? ਪਤਾ
ਪਤਾ ਨਹੀਂ ਲੜਨ ਤੇ ਕਲਮ ਲਾ ਕੇ ਮੇਰੇ ਤੇ ਬਈ ਬਈ ਹਾਂ ਮੇਰੇ ਦਾ ਪੇਪਰ ਗਿਆ ਹੋ ਅੱਛਾ ਮੈਂ ਚੱਲਿਆ ਅੱਛਾ ਇਹ ਮੁੰਡਾ ਓਏ ਮੇਰੇ ਨਾਲ 2 ਘੰਟੇ ਲੱਗੇ ਮੈਂ ਪੇਪਰ ਕਰਕੇ ਹੁਣੀ ਆ ਗਿਆ ਤੂੰ ਭਰਾ ਵਰਗੇ 2 ਘੰਟੇ ਲੱਗੇ ਰੱਖੋ ਕਿਤੇ ਚੱਲਦਾ ਆ ਗਿਆ ਬਾਈ ਮੂੰਹ ਦਿਖਾਈ ਤੇਰੇ ਭਾਲਦਾ ਮੈਨੂੰ ਡੇ ਕਰੀਏ ਬੜਾ ਬੜੂ ਕਰਦੇ ਹਾਏ ਕੰਮ ਕੰਮ ਉਹ ਪਾਏ ਖੈਰ ਇਹ ਕੋਈ ਅਸੀਂ ਭੁੱਲਣੇ ਜਾਂਦੇ ਨੇ ਇੱਕ ਬੜੀ ਘੈਂਟ ਗੱਲ ਕਹੀ ਕਿ ਚੀਜ਼ ਉਹਦੀ ਕਿਉਂ ਨਹੀਂ ਹੁੰਦੀ ਜਿਹੜਾ ਕੋਈ ਬਣਾਉਂਦਾ ਹੈ। ਆਪਣੇ ਮਜ਼ਦੂਰ ਜਿਹੜੇ ਵਿਚਾਰੇ ਇੰਨੀ ਮਿਹਨਤ ਕਰਕੇ ਜਿਹੜੀਆਂ ਬਿਲਡਿੰਗਾਂ ਜਿਹੜੀਆਂ ਇਮਾਰਤਾਂ ਜਿਹੜੀਆਂ ਕਰਦੇ ਆ ਜਿਹੜੀਆਂ ਝੁੱਗੀਆਂ ਝੌਂਪੜੀਆਂ 'ਚ ਉਹਨਾਂ ਨੂੰ ਰਹਿਣ ਲਈ ਇੱਕ ਮਕਾਨ ਨਹੀਂ ਪਾ ਕੇ ਦਿੱਤਾ ਜਾਂਦਾ। ਫਿਰ ਸੋਚਿਓ ਜ਼ਰੂਰ ਵੀ ਚੀਜ਼ ਉਹਦੀ ਕਿਉਂ ਨਹੀਂ ਹੁੰਦੀ ਜਿਹੜਾ ਕੋਈ ਬਣਾਉਂਦਾ ਹੈ। ਆਪਣੇ ਕਿਸਾਨ ਜਿਹੜੇ ਵਿਚਾਰੇ ਇੰਨੀ ਮਿਹਨਤ ਕਰਦੇ ਆ ਸਾਰਾ ਸਾਲ ਮਿਹਨਤ ਕਰਦੇ ਆ ਇੰਨੀਆਂ ਫਸਲਾਂ ਉਗਾਉਂਦੇ ਆ ਉਹਨਾਂ ਦੀਆਂ ਫਸਲਾਂ ਦਾ ਸਹੀ ਮੁੱਲ ਨਹੀਂ ਮਿਲਦਾ। ਫਿਰ ਸੋਚਿਓ ਜ਼ਰੂਰ ਚੀਜ਼ ਉਹਦੀ ਕਿਉਂ ਨਹੀਂ ਹੁੰਦੀ ਜਿਹੜਾ ਕੋਈ ਬਣਾਉਂਦਾ। ਤੁਸੀਂ ਸਾਰਿਆਂ ਨੇ ਪੜ੍ਹ ਲਿਖ ਕੇ ਵੱਡੇ ਅਫਸਰ ਬਣਨਾ ਸੋਚਣਾ ਜ਼ਰੂਰ ਹੈ। ਖੈਰ ਮੈਂ ਆਪਣੀ ਵੀਡੀਓ ਵਾਲੀ ਗੱਲ ਕਰਾਂ ਮੈਂ ਚਾਹੀਦਾ ਹੀ ਉੱਠਿਆ ਮੈਂ ਤਿਆਰ ਹੋਇਆ ਮੈਂ ਮਾਸਟਰੀ ਦਾ ਦਿੱਤਾ ਹੋਇਆ ਤੋਬਾ ਸ਼ਰਟ ਗੱਡੀ ਕੇ ਪਾਈ ਤੇ ਮੈਨੂੰ ਉਹ ਸ਼ਰਟ ਉਸ ਦਿਨ ਬੜੀ ਸੋਹਣੀ ਲੱਗ ਰਹੀ ਸੀ। ਮੇਰੀ ਬੇਬੇ ਨੇ ਪਤਾ ਨਹੀਂ ਮੈਨੂੰ ਕਿੱਥੇ ਟਾਈ ਲਿਆ ਕੇ ਦਿੱਤੀ ਕਹਿੰਦੀ ਪੁੱਤ ਲਾ ਕੇ ਜਾ ਇਹਦੇ ਨਾਲ ਪ੍ਰਭਾਵ ਜਾ ਪੈਂਦਾ। ਮੈਂ ਟਾਈ ਲਾਈ ਤੇ ਮੇਰੀ ਬੇਬੇ ਨੇ ਮੈਨੂੰ ਤੇਰੀ ਖੰਡ ਪਾ ਕੇ ਦਿੱਤੀ ਕਹਿੰਦੀ ਪੁੱਤ ਖਾ ਕੇ ਜਾ ਸ਼ਗਨ ਦਾ। ਮੈਂ ਨਹੀਂ ਖਾਧੀ ਤੇ ਮੈਂ ਇੰਟਰਵਿਊ ਵਾਲੀ ਜਗ੍ਹਾ ਵੱਲ ਚੱਲ ਪਿਆ। ਮੈਂ ਇੰਟਰਵਿਊ ਵਾਲੀ ਜਗ੍ਹਾ ਤੇ ਪਹੁੰਚਿਆ ਮੈਂ ਕਿਹਾ ਮੇਰੇ ਕਮਿੰਗ ਕਹਿੰਦੇ ਕਮਿੰਗ ਮੈਂ ਦੇਖਿਆ ਅੱਗੇ ਇੱਕ ਪੜ੍ਹਿਆ ਲਿਖਿਆ ਬੰਦਾ ਐਨਕਾਂ ਲਈ ਬੈਠਾ ਸੀ। ਮੈਂ ਆਪਣੀ ਫਾਈਲ ਟੇਬਲ ਤੇ ਰੱਖੀ ਉਹਨੇ ਮੇਰੀ ਫਾਈਲ ਦੇਖੀ ਖੋਲ ਕੇ ਮੈਨੂੰ ਕਹਿੰਦਾ ਨੰਬਰ ਤਾਂ ਗਣੇ ਲੈ ਰੱਖੇ ਕੱਕਾ। ਮੈਂ ਕਿਹਾ ਹਾਂਜੀ ਸਰ कोनो सिफारिश है। मैं कहा नहीं जी रोकड़ा होगा पैसा मैं थोड़ा जिहा हैरान होया मैंने कहा मैं कहा सर भी मैनू सिफारिश से पैसे की लोड़ है। वो कहना बेटा तुम समझे नहीं ये ना ऊपर से लेके नीचे तक एक चैन सिस्टम बना हुआ है सबको खिलाना पिलाना पड़ता है अगर कोई सिफारिश या पैसा है तो बताओ। मैनू वो बंदे की गल सुन के थोड़ा जिहा गुस्सा आ गया मैं इरीटेट जा होया मैं बंदे ने कहा मैं कहा सर तुसीं मेरे बनते नंबर देखो तो मैनू मेरी बनती जॉब दो। मैं बंदे ने क्या सुना दिया ਇੰਨੀ ਗੱਲ ਸੁਣੀ नहीं तो बंदे की अखा च लाली आ गई तो मेरी ख्याल भगा के मारी। मैंने कहता अगर सिफारिश नहीं है पैसा नहीं है तो यहाँ के जक मारने दो चल बाहर। मैं की कर सकता सी मैं अपने सारे सर्टिफिकेट इकट्ठे किए तो मैं बाहर आ गया। पर मैं बाहर की देखना मैं कला नहीं सी मेरे वर्गे थोड़े वर्गे 30-35-40 मुंडे कुड़ियां होर सी ਜਿਹੜੇ उस जॉब ਲਈ उस नौकरी ਲਈ एलिजिबल सी पर रखे नहीं रखा वो बंदा मेरा एलिजिबल नहीं। ਇਹ ਗੱਲ ਦੇਖ ਕੇ ਸਾਨੂੰ ਗੁੱਸਾ ਆ ਗਿਆ। ਅਸੀਂ ਉੱਥੇ ਧਰਨਾ ਲਾਦਾ ਅਸੀਂ ਮੁਰਦਾਬਾਦ ਦੇ ਨਾਰੇ ਲਾਉਣ ਲੱਗੇ ਪਰ ਪਤਾ ਨਹੀਂ ਲੱਗਿਆ ਕਿੱਧਰੋਂ ਪੁਲਿਸ ਦਾ ਲਾਠੀ ਚਾਰਜ ਤੇ ਪਾਣੀ ਦਾ ਖਜ਼ਾਨਾ ਸਾਡੇ ਤੋਂ ਹੋਣ ਲੱਗਿਆ। ਅਸੀਂ ਬਥੇਰਾ ਕਿਹਾ ਯਾਰ ਸਾਨੂੰ ਨਾ ਮਾਰੋ ਯਾਰ ਅਸੀਂ ਆਪਣਾ ਹੱਕ ਲੈਣਾ ਯਾਰ ਸਾਨੂੰ ਨਾ ਮਾਰੋ ਯਾਰ ਸਾਨੂੰ ਨਾ ਮਾਰੋ ਯਾਰ ਨਾ ਮਾਰੋ। ਪਰ 1 ਮਿੰਟ ਦੇ ਵਿੱਚ ਉੱਥੇ ਮੁੰਡੇ ਦੀਆਂ ਪੱਗਾਂ ਤੇ ਕੁੜੀਆਂ ਦੀਆਂ ਚੁੰਨੀਆਂ ਰੋੜ ਕੇ ਰੱਖਦੀਆਂ। 1 ਮਿੰਟ ਦੇ ਵਿੱਚ ਉੱਥੇ ਮੁੰਡੇ ਦੀਆਂ ਪੱਗਾਂ ਤੇ ਕੁੜੀਆਂ ਦੀਆਂ ਚੁੰਨੀਆਂ ਰੋੜ ਕੇ ਰੱਖਦੀਆਂ ਤੇ ਮੈਨੂੰ ਵੀ ਉਸੇ ਸ਼ਰਟ ਤੋਂ ਫੜ ਕੇ ਕਿਸੇ ਜਗ੍ਹਾ ਜਿਹੜੀ ਮੇਰੇ ਮਾਸਟਰ ਜੀ ਨੇ ਮੈਨੂੰ ਤੋਹਫੇ 'ਚ ਗਿਫਟ ਦਿੱਤੀ ਸੀ ਮੇਰੀ ਸ਼ਰਟ ਉੱਥੇ ਲੀਰੋ ਲੀਰ ਕਰਤੀ ਯਾਰ। ਇਸੇ ਕਰਕੇ ਯਾਰ ਮੈਂ ਜਿੱਥੇ ਰੇੜੀ ਲਾਈ ਆ ਲੈ ਜਾਓ ਯਾਰ ਜੇ ਕਿਸੇ ਨੇ ਡਿਗਰੀਆਂ ਲੈ ਕੇ ਜਾਣੀਆਂ ਨੇ ਸਾਰੀਆਂ ਡਿਗਰੀਆਂ ਕੁੱਲ ਮਿਲਾ ਕੇ ਤੁਹਾਨੂੰ 5-10 ਹਜ਼ਾਰ ਰੁਪਏ ਮਿਲ ਜਾਣੀਆਂ ਨੇ ਲੈ ਜਾਓ। ਕਿਉਂਕਿ ਯਾਰ ਮੇਰੇ ਬਾਪੂ ਦੇ ਸਿਰ ਤੇ ਕਰਜ਼ਾ ਮਾਂ ਬਿਮਾਰ ਪਈ ਹੈ ਤੇ ਭੈਣ ਦਾ ਵਿਆਹ ਕਰਨ ਵਾਲਾ ਪਿਆ। ਲੈ ਜਾਓ ਯਾਰ ਜੇ ਕਿਸੇ ਨੇ ਲੈ ਕੇ ਜਾਣੀਆਂ ਨੇ ਲੈ ਜਾਓ। ਪਰ ਮੈਨੂੰ ਪਤਾ ਤੁਹਾਡੇ 'ਚ ਕੋਈ ਨਹੀਂ ਹੁੰਦਾ ਯਾਰ ਕਿਉਂਕਿ ਅਸੀਂ ਹਾਲਾਤਾਂ ਨਾਲ ਲੜਨਾ ਸਿੱਖਿਆ ਨਹੀਂ ਅਸੀਂ ਹਾਲਾਤਾਂ ਤੋਂ ਭੱਜਣਾ ਸਿੱਖਿਆ। ਅਸੀਂ 10-12 ਮਾਡਲ ਬੈਠ ਲੈ ਕੇ ਅਸੀਂ ਫੌਰਨ ਜਾਣਾ ਸਿੱਖਿਆ। ਅਸੀਂ ਇੱਥੇ ਹਾਲਾਤਾਂ ਨਾਲ ਲੜਨਾ ਨਹੀਂ ਸਿੱਖਿਆ। ਮੈਨੂੰ ਪਤਾ ਤੁਹਾਡੇ 'ਚ ਕੋਈ ਨਹੀਂ ਲੈ ਕੇ ਜਾਊਗਾ ਪਰ ਯਕੀਨ ਮੰਨਿਓ ਮੈਂ ਇੱਥੇ ਡਿਗਰੀਆਂ ਵੇਚਣ ਵੀ ਨਹੀਂ ਆਇਆ। ਮੈਂ ਕਿਉਂ ਵੇਚੂਗਾ ਬਈ ਮੇਰੀ ਸਾਰੀ ਉਮਰ ਦੀ ਮਿਹਨਤ ਆ ਮੈਂ ਇੰਨੀ ਮਿਹਨਤ ਨਾਲ ਹਾਸਲ ਕੀਤੀਆਂ ਨੇ ਮੈਂ ਕਿਉਂ ਵੇਚੂਗਾ। ਮੈਂ ਸਿਰਫ ਇੱਥੇ ਨਾਟਕ ਕਰ ਰਿਹਾ ਸੀ। ਮੈਂ ਨਾਟਕ ਇਸ ਕਰਕੇ ਕੀਤਾ ਕਿ ਜੋ ਮੇਰੇ ਨਾਲ ਹੋਇਆ ਜੋ ਸਭਨ ਨਾਲ ਹੋਇਆ ਉਹ ਤੁਹਾਡੇ ਨਾਲ ਕਦੇ ਨਾ ਹੋਵੇ। ਤੁਸੀਂ ਇੰਨਾ ਕੁ ਪੜ੍ਹ ਲਿਖ ਕੇ ਜਾਓ ਇੰਨੇ ਕੁ ਸਿੱਖਿਅਕ ਬਣ ਕੇ ਜਾਓ ਕਿ ਸਾਹਮਣੇ ਬੈਠਾ ਬੰਦਾ ਜੇਕਰ ਤੁਹਾਡੇ ਤੋਂ ਸਿਫਾਰਿਸ਼ ਜਾਂ ਪੈਸੇ ਦੀ ਮੰਗ ਕਰਦਾ ਤਾਂ ਤੁਸੀਂ ਉਸ ਬੰਦੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕੋ ਕਿ ਤੂੰ ਮੇਰੇ ਤੋਂ ਪੈਸੇ ਜਾਂ ਸਿਫਾਰਿਸ਼ ਮੰਗਣ ਵਾਲਾ ਕੌਣ ਹੁੰਦਾ ਮੇਰੇ ਬਣਦੇ ਨੰਬਰ ਦੇਖ ਤੇ ਮੈਨੂੰ ਮੇਰੀ ਬਣਦੀ ਨੌਕਰੀ ਦੇ। ਤੁਸੀਂ ਉਸ ਬੰਦੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕੋ। ਇਸ ਕਰਕੇ ਮੈਂ ਇੱਥੇ ਨਾਟਕ ਕੀਤਾ। ਬਾਕੀ ਤੁਹਾਨੂੰ ਲੱਗਦਾ ਹੈ ਵੀ ਮੈਂ ਸਹੀ ਕੀਤਾ ਇੱਥੇ ਅੱਜ ਮੈਂ ਸਹੀ ਕੀਤਾ ਤਾਂ ਤੁਸੀਂ ਮੇਰੇ ਨਾਲ ਜੁੜ ਸਕਦੇ ਹੋ। ਨਹੀਂ ਜੁੜਨਾ ਯਾਰ ਫਿਰ ਤੁਹਾਡੀ ਮਰਜ਼ੀ। ਮੈਂ ਤਾਂ ਆਪਣੇ ਮਾਸਟਰ ਜੀ ਦੀ ਦਿੱਤੀ ਹੋਈ ਸਿੱਖਿਆ ਤੇ ਆਪਣੇ ਬਾਪੂ ਜੀ ਦੇ ਸਿਖਾਏ ਹੋਏ ਰਾਹ ਤੇ ਤੁਰਨਾ। ਮੇਰੀ ਅੱਜ ਇੱਥੇ ਗੱਲ ਨਹੀਂ ਬਣੂ ਮੈਂ ਕੱਲ੍ਹ ਨੂੰ ਚੰਡੀਗੜ੍ਹ ਜਾਊਂਗਾ ਉੱਥੇ ਗੱਲ ਨਹੀਂ ਬਣੂ ਮੈਂ ਪਰਸੋਂ ਦਿੱਲੀ ਜਾਊਂਗਾ। ਮੈਂ ਆਪਣੇ ਆਖਰੀ ਦਮ ਤੱਕ ਆਖਰੀ ਸਾਹ ਤੱਕ ਐਦਾਂ ਇਹਨਾਂ ਹਾਲਾਤਾਂ ਨਾਲ ਲੜਦਾ ਰਹੂੰਗਾ। ਤੁਹਾਨੂੰ ਲੱਗਦਾ ਵੀ ਮੈਂ ਸਹੀ ਕੀਤਾ ਤਾਂ ਮੇਰੇ ਨਾਲ ਜੁੜ ਸਕਦੇ ਹੋ। ਨਹੀਂ ਫਿਰ ਯਾਰ ਮੈਂ ਵੀ ਕਿਹੜਾ ਪੂਰੇ ਪੰਜਾਬ ਦਾ ਠੇਕਾ ਲਿਆ। ਤਦ ਤੱਕ ਲਈ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਧੰਨਵਾਦ ਥੈਂਕ ਯੂ ਸੋ ਮਚ ਥੈਂਕ ਯੂ।
ਸੋ ਇਹ ਜੀ ਸਾਡਾ ਨੁੱਕਰ ਨਾਟਕ ਵੈਂਗੀ ਕਿਵੇਂ ਲੱਗਾ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਕੇ ਥੈਂਕ ਯੂ ਸੋ ਮਚ। ਮੈਂ ਬਲਜਿੰਦਰ ਸੰਧੂ ਤੇ ਇਹ ਪਤਾ ਨਹੀਂ ਕੌਣ ਆ। मैं पुनीत खन्ना ਹਾਂ ਇਹ ਪਲੀਜ਼ ਕਰਨਾ। ਤੇ ਮੈਂ ਤੁਹਾਨੂੰ ਪਤਾ ਹੀ ਹੈ ਨਹੀਂ ਪਤਾ ਵੈਸੇ ਪਤਾ ਹੀ ਹੋਊਗਾ ਕਿ ਨਹੀਂ ਪਤਾ ਹੋਊਗਾ नहीं पता ਦਿਸ ਗਾਇ ਇਜ਼ ਵੈਰੀ ਬ੍ਰਿਲੀਅੰਟ ਗਾਇ। ਯਾ मेरी डाउन टू अर्थ ਹਾਂ ਡਾਊਨ ਟੂ मिट्टी ना ਗਰਾਊਂਡ ਲੈਵਲ मिट्टी ना जुड़िया मिट्टी ना खेड़दा ਪੂਰਾ ਦਿਨ। ਸੋ ਐਦਾਂ ਹੀ ਮਤਲਬ YouTube ਚੈਨਲ ਦੇਖਦੇ ਰਹੋ, ਵੀਡੀਓਜ਼ ਦੇਖਦੇ ਰਹੋ ਤੇ ਹੋਰ ਨਜ਼ਾਰੇ ਲੈਣ ਲਈ ਦੇਖਦੇ ਰਹੋ, ਹੋਰ ਹੱਸਣ ਲਈ, ਕਿਉਂਕਿ ਹੱਸਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ। ਥੈਂਕ ਯੂ ਸੋ ਮਚ। ਮੇਰੇ ਸ਼ਬਦ ਮੁੱਕ ਗਏ ਹੁਣ, ਮੇਰੇ ਕੋਲੇ ਕਹਿਣ ਨੂੰ ਕੁਝ ਬਚਿਆ ਨਹੀਂ। ਥੈਂਕ ਯੂ। ਬਾਏ ਬਾਏ